ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਨੇ ਅੱਜ ਸਾਡੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਆਰ ਐਸ ਬਰਾੜ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ ਤੇ ਮੈਂ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਪੰਜਾਬੀ ਸੱਭਿਆਚਾਰ ਦੀ, ਪੰਜਾਬੀ ਕਲਚਰ ਦੀ। ਪੰਜਾਬੀ ਕਲਚਰ ਅਸੀਂ ਬੇਸ਼ੱਕ ਸੱਤ ਸਮੁੰਦਰੋਂ ਪਾਰ ਹਜ਼ਾਰਾਂ ਕਿਲੋਮੀਟਰ ਦੂਰ ਆ ਕੇ ਦੂਸਰੇ ਦੇਸ਼ ਵਿੱਚ ਵਸੇ, ਜਿਹਨੂੰ ਅਸੀਂ ਕਰਮ ਭੂਮੀ ਬਣਾ ਲਿਆ। ਜੰਮੇ ਪਲੇ ਭਾਵੇਂ ਅਸੀਂ ਕਿਸੇ ਹੋਰ ਥਾਂ, ਪਰ ਹਰ ਇੱਕ ਵਿਅਕਤੀ ਨੂੰ ਰਾਈਟ ਹੈ ਕਿ ਉਹ ਕਿਤੇ ਵੀ ਜਾ ਸਕਦਾ, ਪਰ ਆਪਣੇ ਸੱਭਿਆਚਾਰ ਨਾਲ ਜੁੜਿਆ ਰਹੇ, ਆਪਣੀ ਹੋਣੀ ਨਾਲ ਜੁੜਿਆ ਰਹੇ, ਤੇ ਇਹ ਜ਼ਿਆਦਾ ਬਿਹਤਰ ਹੈ। ਸੱਭਿਆਚਾਰ ਕੀ ਹੁੰਦਾ ਤੇ ਪੰਜਾਬੀ ਸੱਭਿਆਚਾਰ ਦਾ ਕੀ ਮੂੰਹ ਮੁਹਾਂਦਰਾ ਰਿਹਾ, ਕੀ ਰਹਿਣਾ ਚਾਹੀਦਾ, ਬੜੀਆਂ ਚਿੰਤਾ ਵਾਲੀਆਂ ਗੱਲਾਂ ਜਿਨ੍ਹਾਂ 'ਤੇ ਡਿਸਕਸ਼ਨ ਤਾਂ ਘੰਟਿਆਂ ਬੱਧੀ ਕੀਤੀ ਜਾ ਸਕਦੀ ਹੈ। ਕੋਸ਼ਿਸ਼ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਕੁਝ ਸਮੇਟ ਲੈਣ ਦੀ। ਪ੍ਰੋਫੈਸਰ, ਕੀ ਹੈ ਪੰਜਾਬੀ ਸੱਭਿਆਚਾਰ? ਸਰਦਾਰ ਐਮਪੀ ਸਿੰਘ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਦਰਸ਼ਕਾਂ ਦੇ ਰੂਬਰੂ ਹੋਣ ਦਾ। ਪੰਜਾਬੀ ਸੱਭਿਆਚਾਰ ਦਾ ਜੋ ਵਿਸ਼ਾ ਮੈਂ ਇਸ ਲਈ ਚੁਣਿਆ ਕਿ ਬਹੁਤ ਲੋਕ ਸਾਰੀ ਦੁਨੀਆ ਵਿੱਚ ਪੰਜਾਬੀ ਜਿਹੜੇ ਆ ਉਹ ਮਾਈਗ੍ਰੇਟ ਕਰ ਚੁੱਕੇ ਨੇ, ਤਾਂ ਜੋ ਮੈਂ ਸਮਝਦਾ ਕਿ ਇਹ ਪੰਜਾਬੀ ਸੱਭਿਆਚਾਰ ਦੇ ਸਾਰੇ ਅੰਬੈਸਡਰ ਨੇ। ਬਹੁਤ ਖੂਬ। ਪੰਜਾਬੀ ਸੱਭਿਆਚਾਰ ਇੱਕ ਅਮੀਰ ਵਿਰਸਾ ਹੈ, ਕਿਉਂਕਿ ਪੰਜਾਬੀ ਖੁਦ ਬਹੁਤ ਅਮੀਰ ਵਿਰਸੇ ਦੇ ਮਾਲਕ ਨੇ, ਅਮੀਰਤ ਨਾਲ ਜਿਉਣਾ ਚਾਹੁੰਦੇ ਨੇ, ਤੇ ਅਮੀਰਤ ਹੀ ਇਹਨਾਂ ਦੀ ਨਿਸ਼ਾਨੀ ਹੈ। ਆਮ ਲੋਕਾਂ ਦਾ ਪੰਜਾਬੀ ਸੱਭਿਆਚਾਰ ਬਾਰੇ ਇੱਕ ਮਿੱਥ ਵਰਗਾ ਵਿਊ ਹੈ ਕਿ ਸ਼ੋਰ ਸ਼ਰਾਬਾ ਕਰਨਾ, ਦਾਰੂ ਪੀ ਲੈਣੀ, ਬੱਕਰੇ ਬੁਲਾ ਲੈਣੇ, ਇਸ ਨੂੰ ਉਹ ਪੰਜਾਬੀ ਸੱਭਿਆਚਾਰ ਮੰਨਦੇ ਨੇ। ਮੈਂ ਇਸ ਨੂੰ ਰਾਈਟ ਪਰਸਪੈਕਟਿਵ ਵਿੱਚ ਵਿਊਅਰਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਪੰਜਾਬੀ ਨੇ, ਪੰਜਾਬੀ ਵੈਲਿਊਜ਼ ਜਿਹੜੀਆਂ ਹੈਗੀਆਂ ਨੇ ਪਿਛਲੇ 200-300 ਸਾਲ ਤੋਂ, ਜਿੰਨਾ ਚਿਰ ਅਸੀਂ ਉਹਨਾਂ ਨੂੰ ਨਹੀਂ ਸਮਝਦੇ, ਅਸੀਂ ਪੰਜਾਬੀ ਸੱਭਿਆਚਾਰ ਨੂੰ ਨਹੀਂ ਸਮਝ ਸਕਦੇ। ਠੀਕ ਹੈ। ਪਹਿਲਾਂ ਤਾਂ ਇਹ ਸਮਝਣਾ ਪੈਂਦਾ ਕਿ ਸੱਭਿਆਚਾਰ ਹੈ ਕੀ। ਸੱਭਿਆਚਾਰ ਇੱਕ ਹਿਊਮਨ ਫਿਨੋਮੀਨਾ ਹੈ, ਮਨੁੱਖੀ ਵਰਤਾਰਾ ਹੈ, ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਰਾਤ ਤੋਂ ਲੈ ਕੇ ਸਵੇਰ ਤੱਕ ਵਰਤਦਾ ਹੈ। ਇਸ ਵਰਤਾਰੇ ਦੇ ਦੌਰਾਨ ਬਹੁਤ ਸ਼ੇਅਰਡ ਵੈਲਿਊਜ਼ ਹੁੰਦੀਆਂ ਨੇ, ਜਿਹੜੀਆਂ ਕਿ ਹੌਲੀ ਹੌਲੀ ਸਾਡਾ ਸੱਭਿਆਚਾਰ ਬਣ ਜਾਂਦੀਆਂ ਨੇ। ਬਹੁਤ ਖੂਬ। ਜੇ ਅਸੀਂ ਆਪਣੇ ਪਿਛੋਕੜ ਵੱਲ ਦੇਖੀਏ, ਪੰਜਾਬੀ ਬਹੁਤ ਸ਼ਾਂਤੀ ਪਸੰਦ ਵੀ ਰਹੇ ਨੇ ਤੇ ਬਹੁਤ ਬਹਾਦਰ ਵੀ ਰਹੇ ਨੇ। ਸ਼ਾਂਤੀ ਤੇ ਬਹਾਦਰ ਦੇ ਨਾਲ ਨਾਲ ਇਹਨਾਂ ਵਿੱਚ ਇੱਕ ਬਹੁਤ ਵੱਡਾ ਗੁਣ ਸੀ, ਉਹ ਸੀ ਦਇਆ ਦਾ ਗੁਣ। ਦਇਆ ਦੇ ਨਾਲ ਨਾਲ ਪੰਜਾਬੀਆਂ ਦੇ ਵਿੱਚ ਫਰਾਖ ਦਿਲੀ ਤੇ ਐਕਸਲੈਂਸ, ਕਿ ਕਿਸੇ ਵੀ ਗੱਲ ਵਿੱਚ ਪਿੱਛੇ ਨਹੀਂ ਹਟਣਾ। ਠੀਕ ਹੈ। ਇਹ ਸਰਟਨ ਵੈਲਿਊਜ਼ ਸੀਗੀਆਂ ਜਿਹੜੀਆਂ ਕਿ ਸੈਂਕੜੇ ਸਾਲਾਂ ਤੋਂ ਸਾਡੇ ਲਰਨਿੰਗ ਦੇ ਥਰੂ ਅਸੀਂ ਸਿੱਖੀਆਂ। ਸੱਭਿਆਚਾਰ ਜਿਹੜਾ ਇੱਕ ਲਰਨਿੰਗ ਪ੍ਰੋਸੈਸ ਹੈ, ਇਹ ਜੈਨੇਟਿਕਸ ਨਹੀਂ ਹੈ। ਇਹ ਜੈਨੇਟਿਕਸ ਤੋਂ ਬਿਲਕੁਲ ਵੱਖਰਾ ਹੈ। ਤਾਂ ਅਸੀਂ ਇਹ ਸਾਰੀਆਂ ਵੈਲਿਊ ਬੇਸਡ ਗੱਲਾਂ ਜਿਹੜੀਆਂ ਹੈਗੀਆਂ ਨੇ, ਉਹ ਗਰੁੱਪਸ ਦੇ ਵਿੱਚ, ਕਬੀਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਇਹ ਵਰਤਾਰੇ ਵਰਤਦੇ ਰਹੇ ਤੇ ਉਹ ਸਾਡਾ ਸੱਭਿਆਚਾਰ ਬਣ ਗਿਆ। ਤੇ ਅੱਜ ਅਸੀਂ ਉਸ ਸੱਭਿਆਚਾਰ ਨੂੰ ਵੱਖਰੇ ਵੱਖਰੇ ਫੀਲਡ ਵਿੱਚ ਦੇਖਦੇ ਹਾਂ। ਫਾਰ ਐਗਜ਼ਾਮਪਲ, ਕਿ ਅਸੀਂ ਇਸ ਨੂੰ ਸਾਹਿਤ ਵਿੱਚ ਦੇਖਦੇ ਹਾਂ ਕਿ ਸਾਡਾ ਸੱਭਿਆਚਾਰ ਸਾਡੇ ਸਾਹਿਤ ਵਿੱਚ ਕਿਸ ਤਰ੍ਹਾਂ ਦਾ ਹੈ। ਅਸੀਂ ਇਸ ਨੂੰ ਆਪਣੇ ਧਰਮ ਵਿੱਚ ਦੇਖਦੇ ਹਾਂ ਕਿ ਸਾਡਾ ਸੱਭਿਆਚਾਰ ਜਿਹੜਾ ਹੈਗਾ ਉਹ ਸਾਡੇ ਧਰਮ ਵਿੱਚ ਕਿਵੇਂ ਰਿਫਲੈਕਟ ਕਰਦਾ ਹੈਗਾ, ਸਾਡੀ ਟੈਕਨੋਲੋਜੀ ਵਿੱਚ ਕਿਸ ਤਰ੍ਹਾਂ ਰਿਫਲੈਕਟ ਕਰਦਾ ਹੈਗਾ, ਸਾਡੇ ਜਿਹੜੇ ਰਸਮੋ ਰਿਵਾਜ ਨੇ ਉਹਨਾਂ ਦੀਆਂ ਸਾਡੀਆਂ ਸ਼ੇਅਰਡ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਅਸੀਂ ਕਿਵੇਂ ਇੰਜੋਏ ਕਰਦੇ ਹੈਗੇ। ਤਾਂ ਇਸ ਤਰ੍ਹਾਂ ਜਿਹੜਾ ਸੱਭਿਆਚਾਰ ਹੈਗਾ ਉਹ ਸਾਲਾਂ ਬੱਧੀ ਜਿਹੜਾ ਗਿਆ ਐਵੋਲੂਸ਼ਨ ਵੱਲ ਗਿਆ ਹੋਇਆ ਹੈਗਾ, ਤੇ ਪੰਜਾਬੀ ਸੱਭਿਆਚਾਰ ਉੱਤੇ ਸਾਰੇ ਪੰਜਾਬੀਆਂ ਨੂੰ ਮਾਣ ਹੈ। ਤਾਂ ਅੱਜ ਮੈਂ ਇਸ ਵਿਸ਼ੇ 'ਤੇ ਤੁਹਾਡੇ ਨਾਲ ਅੱਗੇ ਫਰਦਰ ਗੱਲ ਕਰਾਂਗਾ ਜੋ ਮੈਨੂੰ ਸਵਾਲ। ਬਰਾੜ ਸਾਹਿਬ, ਕਈ ਵਾਰੀ ਅਸੀਂ ਬਹੁਤਾ ਮਾਣ ਨਹੀਂ ਕਰ ਜਾਂਦੇ ਵੀ ਪੰਜਾਬੀ ਵਿਰਸਾ ਬੜਾ ਅਮੀਰ ਹੈ ਜੀ, ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ ਜੀ, ਪੰਜਾਬੀ ਸਾਹਿਤ ਬੜਾ ਅਮੀਰ, ਪਰ ਸਾਰੇ ਸੱਭਿਆਚਾਰ, ਦੂਜਿਆਂ ਲੋਕਾਂ ਦੇ ਸੱਭਿਆਚਾਰ ਜਿਹੜੇ ਆ, ਉਹਨਾਂ ਦਾ ਜੀਵਨ ਜਾਂਚ ਜਿਹੜੀ ਆ ਉਹ ਵੀ ਸਾਡੇ ਵਰਗੀ ਨਹੀਂ ਹੁੰਦੀ।
ਸਰਦਾਰ MP ਸਿੰਘ ਜੀ, ਤੁਸੀਂ ਬਹੁਤ ਹੀ ਨਾ ਕਾਰਡੀਨਲ ਪ੍ਰਿੰਸੀਪਲ ਜਿਹੜਾ ਹੈਗਾ ਉਹ ਆਇਡੈਂਟੀਫਾਈ ਕੀਤਾ ਹੈਗਾ। ਸੱਭਿਆਚਾਰ ਜਿਹੜੇ ਹੁੰਦੇ ਆ ਉਹ ਸਾਰੇ ਹੀ ਬਹੁਤ ਵਧੀਆ ਹੁੰਦੇ ਆ, ਕਿਉਂਕਿ ਉਹ ਹਿਊਮਨਿਟੀ ਨਾਲ ਜੁੜੇ ਹੁੰਦੇ ਨੇ। ਹਾਂਜੀ। ਤਾਂ ਜਿਹੜੀ ਹਿਊਮਨਿਟੀ ਦੀ ਸਾਇੰਸ ਆ, ਅਸੀਂ ਨੂੰ ਐਂਥਰੋਪੋਲੋਜੀ ਕਹਿੰਦੇ ਆ। ਐਂਥਰੋਪੋਲੋਜੀਕਲ ਸਟੱਡੀਜ਼ ਇਹੀ ਕਹਿੰਦੀਆਂ ਨੇ ਕਿ ਵਰਲਡ ਓਵਰ ਜਿਹੜੇ ਕਲਚਰਸ ਨੇ ਉਹ ਭਿੰਨ ਤਾਂ ਹੋ ਸਕਦੇ ਨੇ, ਪਰ ਉਹ ਵੱਡੇ ਛੋਟੇ ਨਹੀਂ ਹੋ ਸਕਦੇ। ਠੀਕ ਹੈ, ਵੱਖਰੇਵੇਂ ਤਾਂ ਹੈਗੇ ਆ, ਵੱਖਰੇਵੇਂ ਹੋ ਸਕਦੇ ਨੇ। ਤਾਂ ਜਿਹੜਾ ਪੰਜਾਬੀ ਕਲਚਰ ਹੈਗਾ ਇਹ ਅਨਡਾਊਟਡਲੀ ਜਿਹੜਾ ਹੈਗਾ ਦੂਜਿਆਂ ਨਾਲੋਂ ਬਹੁਤ ਵੱਖਰਾ ਹੈਗਾ। ਜੇ ਤੁਸੀਂ ਇਸ ਦੀਆਂ ਕੁਝ ਉਦਾਹਰਨਾਂ ਲੈਣੀਆਂ ਹੋਣ, ਪੰਜਾਬੀਆਂ ਨੇ 47 ਤੋਂ ਬਾਅਦ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਕੋਈ ਫੀਲਡ ਨਹੀਂ ਛੱਡਿਆ ਜਿੱਥੇ ਕਿ ਪੰਜਾਬੀ ਨਹੀਂ ਪਹੁੰਚੇ। ਬਿਲਕੁਲ। ਮੈਂ ਇਮੀਗ੍ਰੈਂਟਸ ਦੀ ਗੱਲ ਕਰਨੀ ਚਾਹਾਂਗਾ ਕਿ ਗਲੋਬ ਦਾ ਕੋਈ ਹਿੱਸਾ ਨਹੀਂ ਜਿੱਥੇ ਪੰਜਾਬੀ ਨਹੀਂ ਬੈਠਾ। ਬਿਲਕੁਲ। ਤੇ ਮੈਂ ਉਹਨਾਂ ਨੂੰ ਇਸ ਕਰਕੇ ਐਂਬੈਸਡਰ ਕਿਹਾ ਕਿ ਉਹ ਸਾਰੀਆਂ ਵੈਲਿਊਜ਼ ਲੈ ਕੇ ਆਏ ਨੇ ਤੇ ਉਹ ਸਾਰੀਆਂ ਵੈਲਿਊਜ਼ ਜਿਹੜੀਆਂ ਉਹਨਾਂ ਨੇ ਉਸ ਗਲੋਬ ਦੇ ਉੱਪਰ ਛਾਪ ਦਿੱਤੀਆਂ ਨੇ ਤੇ ਉਹਦੀ ਇੱਕ ਰਿਕਗਨੀਸ਼ਨ ਵੀ ਹੈ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਇਹ ਜਿਵੇਂ ਮੈਂ ਵੈਸੇ ਗੱਲ ਕੀਤੀ ਸੀਗੀ ਕਿ ਅਸੀਂ ਆਪਣੇ ਆਪ ਨੂੰ ਕਈ ਵਾਰੀ ਬਹੁਤੇ ਮਾਣ ਮਹਿਸੂਸ ਕਰਨ ਲੱਗ ਪੈਂਦੇ ਹਾਂ। ਉਹ ਕਈ ਵਾਰੀ ਫਿਰ ਅਭਿਮਾਨੀ ਜੀ ਗੱਲ ਲੱਗਦੀ ਆ ਕਿ ਅਸੀਂ ਦੂਜੇ ਨੂੰ ਕੁਛ ਨਹੀਂ ਸਮਝਦੇ, ਅਸੀਂ ਕਹਿੰਦੇ ਨਹੀਂ ਅਸੀਂ ਹਾਂ ਸਭ ਤੋਂ ਸੁਪਰ। ਅਸਲ 'ਚ ਦੂਜੇ ਸੱਭਿਆਚਾਰ ਵੀ ਉਹਨਾਂ ਦੀਆਂ ਵੈਲਿਊਜ਼ ਵੀ ਹੁੰਦੀਆਂ, ਉਹਨਾਂ ਦੇ ਉਹ ਧਾਰਮਿਕ ਕਿੱਤੇ, ਉਹਨਾਂ ਦਾ ਵਿਰਸਾ, ਉਹਨਾਂ ਦਾ ਲਿਟਰੇਚਰ, ਉਹਨਾਂ ਦੀ ਰਹਿਣੀ ਬਹਿਣੀ, ਉਹਨਾਂ ਦਾ ਪੂਰਾ ਇਤਿਹਾਸ ਜਿਹੜਾ ਬੜਾ ਉਹਦੇ 'ਤੇ ਮਾਣ ਕੀਤਾ ਜਾ ਸਕਦਾ। ਉਹ ਕੌਮਾਂ ਮਾਣ ਕਰਦੀਆਂ, ਸਾਨੂੰ ਵੀ ਜਿੰਨਾ ਮਾਣ ਆ ਉਹਨਾਂ ਨੂੰ ਵੀ ਓਨਾ ਹੀ ਮਾਣ ਆ। ਹੁਣ ਗੱਲ ਥੋੜ੍ਹੀ ਜਿਹੀ ਮੈਂ ਇਹ ਕਰਨੀ ਚਾਹੁੰਦਾ ਸੀ ਜੀ, ਸਾਡੇ ਸੱਭਿਆਚਾਰ ਦੇ ਵਿੱਚ ਜਿਹੜਾ ਜੋਸ਼ ਵਾਲੀ ਗੱਲ, ਜਿਹੜੀ ਬਾਹੂਬਲੀ, ਜਿਹੜੀ ਤਾਕਤ ਵਾਲੀ ਗੱਲ, ਇਹ ਗੱਲ 'ਤੇ ਜ਼ਿਆਦਾ ਜ਼ੋਰ, ਗੁੱਸੇ ਵਾਲੇ ਗੱਲ ਅਸੀਂ ਇਹ ਕਰਦੇ ਹਾਂ। ਹਾਲਾਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਅਸੀਂ ਆਪਣੇ ਸਾਹਿਤ ਨੂੰ, ਆਪਣੇ ਸੱਭਿਆਚਾਰ ਨੂੰ ਇਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲਿਜਾਣ ਵਿੱਚ ਕਾਮਯਾਬ ਹੋ ਗਏ ਹਾਂ। ਜਿਵੇਂ ਤੁਸੀਂ ਗੱਲ ਕੀਤੀ ਕਿ ਅਸੀਂ ਬਹੁਤ ਦਇਆਵਾਨ ਹਾਂ। ਹੁਣ ਦੁਨੀਆ ਦੇ ਵਿੱਚ ਕਿਤੇ ਵੀ ਤੁਸੀਂ ਦੇਖਿਆ ਹੋਣਾ, ਲੰਗਰ ਦੀ ਪਰੰਪਰਾ ਇੰਨੀ ਮਹਾਨ ਪਰੰਪਰਾ ਬਣ ਚੁੱਕੀ ਹੈ, ਉਹ ਸਾਡੇ ਜੀਵਨ ਦੇ ਕੰਗ ਬਣ ਗਏ, ਸਾਡੀ ਪਛਾਣ ਵੀ ਬਣ ਗਈ। ਠੀਕ ਹੈ ਜੀ। ਪਰ ਇੱਕ ਪਾਸੇ ਸਾਡੀ ਪਛਾਣ ਇਹ ਵੀ ਬਣੀ ਹੋਈ ਆ ਕਿ ਅਸੀਂ ਹਾਰਡ ਵਰਕਰ ਬਹੁਤ ਆ। ਜਿਹੜਾ ਕੰਮ ਕਿਸੇ ਕੋਲ ਨਹੀਂ ਹੁੰਦਾ ਉਹ ਸਾਡੇ ਬੰਦੇ ਕਰ ਮਾਰਦੇ। ਠੀਕ ਹੈ ਜੀ। ਜਿੰਨੀਆਂ ਮਰਜ਼ੀ ਰੋਕਾਂ ਰੁਕਾਵਟਾਂ ਲਾ ਲਈਆਂ ਜਾਣ, ਚਾਹੇ ਸਰਕਾਰਾਂ ਵੱਲੋਂ ਹੋਣ ਚਾਹੇ ਕਿਸੇ ਹੋਰ ਵੱਲੋਂ ਹੋਣ, ਅਸੀਂ ਪਰਵਾਹ ਹੀ ਨਹੀਂ ਕਰਦੇ। ਠੀਕ ਹੈ ਜੀ। ਪਰ ਇਹ ਜਿਹੜਾ ਸਾਡਾ ਸੁਭਾਅ ਜਿਹੜਾ ਹੈਗਾ, ਇਹ ਪੋਜ਼ਿਟਿਵ ਪੱਖ ਜਿਹੜੇ ਹੈਗੇ ਆ, ਉੱਥੇ ਨਾਲ ਦੀ ਨਾਲ ਇਹ ਕਿਉਂ ਆ ਕਿ ਅਸੀਂ ਜਿਹੜੇ ਜੀ ਜਦੋਂ ਕਿਤੇ ਵਿਆਹ ਸ਼ਾਦੀਆਂ ਹੁੰਦੇ ਆ ਉੱਥੇ ਜਿੰਨੀ ਅਸੀਂ ਖੁਸ਼ੀ ਮਨਾਉਂਦੇ ਹਾਂ ਉਹਨਾਂ ਸਾਡਾ ਮੌਕਾ ਹੀ ਲੱਭਦੇ ਹੁੰਦੇ ਵੀ ਕਿਤੇ ਨਾ ਕਿਤੇ ਕੋਈ ਲੜਾਈ ਪੜ੍ਹਾਈ ਦਾ ਮੌਕਾ ਮਿਲੇ ਸਹੀ, ਅਸੀਂ ਛੱਡਦੇ ਨਹੀਂ। MP ਸਿੰਘ ਜੀ, ਅਸਲ ਗੱਲ ਹੈ ਕਿ ਪੰਜਾਬੀ ਸੋਸਾਇਟੀ ਬੇਸਿਕਲੀ ਅਗਰੇਰੀਅਨ ਸੋਸਾਇਟੀ ਸੀ। ਐਗਰੀਕਲਚਰ ਮੇਨ ਸੀ। ਬਿਲਕੁਲ। ਉਹਦੇ ਵਿੱਚ ਸਰਦਾਰੀ, ਜ਼ਗੀਰਦਾਰੀ, ਇਸ ਕਿਸਮ ਦੇ ਜਿਹੜੇ ਟ੍ਰੇਡ ਸੀਗੇ ਉਹ ਟਰੈਵਲ ਕੀਤੇ। ਤਾਂ ਹਰੇਕ ਬੰਦਾ ਗਨ ਕਲਚਰ ਟਰੈਵਲ ਕੀਤਾ ਤੇ ਇਹਦੇ ਤੇ ਜਦੋਂ ਮੋਹਰ ਲੱਗੀ ਉਹ ਸੀ ਕਿ ਜਦੋਂ ਸਾਡੇ ਸਿੰਗਰ ਆਏ, ਸਾਡੀਆਂ ਕੁਝ ਫਿਲਮਾਂ ਬਣੀਆਂ, ਉਹਨਾਂ ਦੇ ਵਿੱਚ ਜੋ ਰਿਫਲੈਕਟ ਹੋਇਆ ਉਹ ਸਾਨੂੰ ਲੱਗਣ ਲੱਗ ਗਿਆ ਕਿ ਸਾਡਾ ਇਹੀ ਕਲਚਰ ਹੈਗਾ। ਹਾਂਜੀ, ਇਹ ਪਿਛਲੇ ਕੁਝ 30-40 ਸਾਲ ਤਾਂ ਇਦਾਂ ਦਾ ਹੀ ਹੋ ਗਿਆ ਕਿ ਜਿਸ ਫਿਲਮ ਦੇ ਵਿੱਚ ਸਾਡੇ ਪੰਜਾਬੀ ਮੁੰਡੇ ਵੱਲੋਂ ਹੱਥ 'ਚ ਸ਼ਰਾਬ ਨਹੀਂ ਦੀ ਬੋਤਲ ਨਹੀਂ ਹੈਗੀ ਜਾਂ ਮੋਢੇ ਤੇ ਬੰਦੂਕ ਨਹੀਂ ਹੈਗੀ, ਉਹ ਪੰਜਾਬੀ ਫਿਲਮ ਹੀ ਹੈ। ਬਿਲਕੁਲ ਬਿਲਕੁਲ। ਪਰ ਜੇ ਤੁਸੀਂ ਇਸ ਨੂੰ ਦੂਸਰੇ ਐਂਗਲ ਤੋਂ ਦੇਖੋ ਕਿ ਜੋ ਮੈਂ ਤੁਹਾਨੂੰ ਵਿਆਹ ਸ਼ਾਦੀ ਦੀ ਗੱਲ ਕਰਦਾ, ਵਿਆਹ ਸ਼ਾਦੀ ਤੇ ਜੇ ਤਾਂ ਭੰਗੜਾ ਪੈ ਰਿਹਾ ਮੂਹਰਲੇ ਪਾਸੇ, ਸ਼ਰਾਬ ਪੀ ਰਹੇ ਨੇ, ਉਹਨੂੰ ਤਾਂ ਕਲਚਰ ਕਿਹਾ ਜਾ ਰਿਹਾ। ਪਰ ਜਦੋਂ ਦੁਲਹਨ ਨੂੰ ਸਜਾਇਆ ਗਿਆ, ਉਹਦਾ ਸ਼ਿੰਗਾਰ ਕੀਤਾ ਗਿਆ, ਉਸ ਟਾਈਮ ਦੀਆਂ ਜਿਹੜੀਆਂ ਰਸਮਾਂ ਨੇ ਉਹ ਸਾਰੀਆਂ ਹੀ ਬੇਸਿਕਲੀ ਕਲਚਰ ਸੀ, ਉਹ ਪਿੱਛੇ ਹਟ ਗਈਆਂ। ਉਹਨਾਂ ਨੂੰ ਅਹਿਮੀਅਤ ਨਹੀਂ ਦਿੱਤੀ ਅਸੀਂ। ਹਾਂ, ਉਹਨਾਂ ਨੂੰ ਅਹਿਮੀਅਤ ਨਹੀਂ ਦਿੱਤੀ। ਇਸੇ ਤਰ੍ਹਾਂ ਹੀ ਲਾੜਾ ਹੈ, ਉਹ ਦੁੱਲਾ ਹੈ, ਉਹਦੀ ਤਿਆਰੀ ਹੁੰਦੀ ਹੈਗੀ ਆ, ਕਿੰਨਾ ਟਾਈਮ ਲੱਗਦਾ ਹੈ, ਉਹਦੇ ਪਰਿਵਾਰ ਵਾਲੇ ਕਿੰਨੇ ਸ਼ਗਨ ਕਰਦੇ ਨੇ, ਉਹ ਸਾਰੇ ਸ਼ਗਨ ਜਿਹੜੇ ਹੈਗੇ ਆ ਉਹ ਸ਼ਾਂਤਮਈ ਹੁੰਦੇ ਆ, ਉਹ ਸੱਭਿਆਚਾਰ ਦਾ ਹਿੱਸਾ। ਪਰ ਇਹਨਾਂ ਨੂੰ ਘੱਟ ਅਹਿਮੀਅਤ ਦਿੱਤੀ ਗਈ ਹੈ। ਪਰਟੀਕੂਲਰਲੀ ਜਿਹੜੀਆਂ ਫਿਲਮਾਂ ਹੁੰਦੀਆਂ ਉਹ ਨਾਰਮਲੀ ਆਮ ਸਧਾਰਨ ਵਿਅਕਤੀ ਦਾ ਨਾ ਰੋਲ ਮਾਡਲ ਬਣ ਜਾਂਦੀਆਂ।
ਬਿਲਕੁਲ। ਜਿਹੜਾ ਸਾਹਿਤ ਹੁੰਦਾ ਇਹ ਵਿਰਲੇ ਵਿਰਲੇ ਵਿਅਕਤੀ ਪੜ੍ਹਦੇ ਨੇ। ਸਾਹਿਤ ਬੜਾ ਸ਼ਾਂਤ ਹੁੰਦਾ ਹੈ, ਹਮੇਸ਼ਾ ਹੀ ਉਹਦੇ ਵਿੱਚ ਦੋ ਚੀਜ਼ਾਂ ਮੈਂ ਸਾਹਿਤ ਵਿੱਚ ਹੁੰਦੀਆਂ ਨੇ ਕਿ ਇੱਕ ਸ਼ਾਂਤ ਰਸ ਹੋਣਾ ਚਾਹੀਦਾ ਤੇ ਉਹਦੇ ਨਾਲ ਸ਼ਿੰਗਾਰ ਰਸ ਹੋਣਾ ਚਾਹੀਦਾ ਤੇ ਜਾਂ ਵੀਰ ਰਸ ਹੋਣਾ ਚਾਹੀਦਾ। ਹੁਣ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਜੇ ਆਪਾਂ ਪਿਛੋਕੜ ਦੇਖੀਏ ਕਿ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਟਾਈਮ ਸੱਭਿਆਚਾਰ ਸੀ ਕਿ ਗੱਤਕੇ ਦਾ ਸੱਭਿਆਚਾਰ ਸੀ, ਨੇਜਾਬਾਜੀ ਦਾ ਸੱਭਿਆਚਾਰ ਸੀ। ਉਹਦੀ ਵੈਲਿਊ ਕੀ ਸੀ ਕਿ ਉਸ ਟਾਈਮ ਦੇ ਜਿਹੜੇ ਪੰਜਾਬੀ ਸੀ ਉਹ ਸੱਚ ਤੇ ਪਹਿਰਾ ਦੇਣਾ ਚਾਹੁੰਦੇ ਸੀ ਤੇ ਉਹਦੇ ਵਾਸਤੇ ਇੱਕ ਤਿਆਰੀ ਸੀ। ਦੋਹਰਾ ਫਾਇਦਾ ਹੋਇਆ ਜੀ ਉਸ ਚੀਜ਼ ਦਾ। ਜਿਹੜੇ ਸੀਗੇ ਉਸ ਜ਼ਮਾਨੇ ਦੇ ਲੋਕ ਹਿੰਮਤੀ ਵੀ, ਤਾਕਤਵਰ ਵੀ, ਔਰ ਇਹ ਤਾਂ ਸੀਗਾ ਪੱਖ, ਨਾਲ ਦੀ ਨਾਲ ਮਨੋਰੰਜਨ ਵੀ ਸੀਗਾ। ਉਹ ਇਹਦੇ ਵਿੱਚੋਂ ਮਨੋਰੰਜਨ ਲੱਭ ਲੈਂਦੇ ਸੀ ਆਪਣਾ। ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਆਪਦੇ 52 ਕਵੀ ਸੀ। ਸਾਹਿਤ ਉਸ ਟਾਈਮ ਵਾਰ ਟਾਈਮ ਜੇ ਸਾਹਿਤ ਪ੍ਰੋਡਿਊਸ ਹੋ ਰਿਹਾ ਤਾਂ ਉਹ ਬਹੁਤ ਹੀ ਐਕਸੀਲੈਂਟ ਸਾਹਿਤ ਹੁੰਦਾ। ਪੀਸ ਟਾਈਮ ਤਾਂ ਸਾਹਿਤ ਪ੍ਰੋਡਿਊਸ ਹੁੰਦਾ ਹੈਗਾ। ਤਾਂ ਉਹਨਾਂ ਨੇ 52 ਕਵੀ, ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ਸੰਪਾਦਨਾ ਕਰਨਾ, ਇਹ ਬਹੁਤ ਵੱਡੀਆਂ ਸਮਝ ਲਓ ਪ੍ਰਾਪਤੀਆਂ ਨੇ ਉਸ ਟਾਈਮ ਦੀਆਂ, ਜਿਹੜੀਆਂ ਕਿ ਪੰਜਾਬੀ ਕਲਚਰ ਦੇ ਵਿੱਚ ਅੱਜ ਉਹਨਾਂ ਨੂੰ ਐਸੀ ਰਿਕਗਨੀਸ਼ਨ ਹੈ ਕਿ ਤੁਸੀਂ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਕਲੈਕਟਿਵ ਮਲਟੀ ਕਲਚਰਲ ਦੇ ਤੌਰ ਦੇ ਉੱਪਰ ਉਹਨਾਂ ਦੀ ਟ੍ਰਾਂਸਲੇਸ਼ਨ ਹੋ ਰਹੀ ਹੈ ਕਿ ਹਰ ਬੰਦਾ ਚਾਹੁੰਦਾ ਕਿ ਮੈਂ ਇਸ ਨੂੰ ਪੜ੍ਹ ਕੇ ਦੇਖਾਂ। ਬਿਲਕੁਲ। ਔਰ ਉਹਦੇ ਵਿੱਚ ਰਾਗਾਂ ਦੇ ਵਿੱਚ ਬਾਣੀ, ਗੁਰੂ ਸਾਹਿਬ ਦੀ ਬਾਣੀ ਨੂੰ ਰਾਗਾਂ ਦੇ ਵਿੱਚ ਤਰਤੀਬ ਵਿੱਚ ਦੇ ਕੇ ਦੇਣਾ, ਇਹ ਮੈਨੂੰ ਲੱਗਦਾ ਕਿ ਸਾਹਿਤ ਦੀ ਸੁਪਰ ਜਿਹਨੂੰ ਕਹਿ ਸਕਦੇ ਹੈਗੇ ਆ ਉਹ ਭਾਵਨਾ ਸੀ। ਜਿੰਨੇ ਵੀ ਗ੍ਰੰਥ ਹੋਏ, ਧਰਮ ਗ੍ਰੰਥ ਹੋਇਆ, ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਦੇ ਹਿੱਸੇ ਆਈ ਗੱਲ ਕਿ ਉਹਦੇ ਵਿੱਚ ਬੜੇ ਵਧੀਆ ਤਰੀਕੇ ਨਾਲ, ਕਲਾਤਮਕ ਤਰੀਕੇ ਨਾਲ ਰਾਗਾਂ ਦੀ ਵਰਤੋਂ ਜਿਹੜੀ ਕੀਤੀ ਗਈ ਹੈਗੀ ਆ, ਔਰ ਸਾਰਿਆਂ ਵੱਲੋਂ। ਇਹ ਨਹੀਂ ਕਿਸੇ ਇੱਕ ਲੇਖਕ ਵੱਲੋਂ ਨਹੀਂ। ਲੇਖਕ ਦਾ ਮਤਲਬ ਮੈਂ ਗੁਰੂ ਸਾਹਿਬਾਨ ਜਾਂ ਜਿਹੜੇ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਜਿਹਦੇ ਵਿੱਚ ਦਰਜ ਹੈ, ਉਹਨਾਂ ਸਾਰਿਆਂ ਬਾਰੇ ਕਹਿਣਾ ਕਿ ਉਹ ਲੇਖਕ ਜਿਹੜੇ ਆ, ਕਿਸੇ ਇੱਕ ਲੇਖਕ ਨੇ ਨਹੀਂ ਇਹ ਵਰਤੀ ਕਲਾ, ਉਹਨਾਂ ਨੇ ਇਸ ਕਲਾ ਨੂੰ ਸਾਰਿਆਂ ਨੇ ਵਰਤਿਆ। ਕਿਉਂਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨ ਕੀਤਾ ਉਸ ਟਾਈਮ ਕਬੀਰ ਜੀ ਦੀ ਬਾਣੀ, ਭਾਈ ਗੁਰੂ ਰਵਿਦਾਸ ਜੀ ਦੀ ਬਾਣੀ, ਇਹ ਸਾਰੀਆਂ ਕੰਪੈਟੀਬਲ ਸੀਗੀਆਂ। ਇਸ ਕਰਕੇ ਸਾਰੀਆਂ ਹੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਈਆਂ। ਜੇ ਸੱਭਿਆਚਾਰ ਦੀ ਹੁਣ ਆਪਾਂ ਗੱਲ ਕਰਦੇ ਹਾਂ ਜੀ, ਕੱਪੜੇ ਜਿਹੜੇ ਆ ਉਹ ਵੀ ਸੱਭਿਆਚਾਰ ਦਾ ਹੀ ਹਿੱਸਾ, ਖਾਣਾ ਪੀਣਾ ਵੀ ਸੱਭਿਆਚਾਰ ਦਾ ਹਿੱਸਾ। ਬਿਲਕੁਲ, ਤੁਸੀਂ ਠੀਕ ਲਾਈਟ ਮੂਡ ਵਾਲੀ ਗੱਲ ਕਰ ਰਹੇ ਹੋ ਕਿ ਡਰੈਸ ਜਿਹੜਾ ਹੈਗਾ ਪੰਜਾਬੀਆਂ ਦਾ, ਖਾਣਾ ਪੰਜਾਬੀਆਂ ਦਾ, ਰਸਮੋ ਰਿਵਾਜ ਪੰਜਾਬੀਆਂ ਦੇ, ਇਹ ਬਹੁਤ ਦੂਰ ਤੱਕ ਟਰੈਵਲ ਕੀਤੇ ਹੈਗੇ ਆ। ਮੁਕਤਸਰ ਦਾ ਕੁੜਤਾ ਪਜਾਮਾ, ਪਟਿਆਲੇ ਦੀ ਸੂਟ ਸਲਵਾਰ, ਪਰਾਂਦੇ, ਨਾਲੇ, ਇਹ ਬਹੁਤ ਹੀ ਖੂਬਸੂਰਤੀ ਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਨਾਲ ਨਾਲ ਟਰੈਵਲ ਕੀਤੀਆਂ। ਔਰ ਇਮੀਗ੍ਰੈਂਟਸ ਨੇ ਇਹਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਹੈ ਕਿ ਉਹਨਾਂ ਨੇ ਸਾਰਾ ਕੁਝ ਹੀ ਟਰੈਵਲ ਕੀਤਾ ਇੱਥੇ ਉਹਨਾਂ ਦੇ ਨਾਲ, ਤੇ ਇੱਥੇ ਲੋਕਾਂ ਦੇ ਨਾਲ ਉਹ ਸਾਂਝਾ ਹੋਇਆ। ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਦੇ ਤੇ ਕੁਐਸਚਨ ਕਰਦੀ ਆ, ਪੁੱਛਦੀ ਹੈਗੀ, ਇਨਕੁਆਇਰੀ ਆ ਉਹਨਾਂ ਦੀ ਵੀ ਇਹ ਚੀਜ਼ਾਂ ਕੀ ਨੇ। ਪੰਜਾਬੀ ਦੀ ਦੇਖੋ ਬਹੁਤ ਵੱਡੀ ਜਿਹਨੂੰ ਕਹਿੰਦੇ ਹੈਗੇ ਸ਼ਾਨ ਉਹਦੀ ਪੱਗ ਹੈ, ਤੇ ਪੱਗਾਂ ਵੀ ਸਾਡੇ ਨਾਲ ਆਈਆਂ ਨੇ, ਸਾਡਾ ਸਵਰੂਪ ਵੀ ਸਾਡੇ ਨਾਲ ਆਇਆ ਹੈਗਾ। ਉਹਦੇ ਨਾਲ ਨਾਲ ਸੱਭਿਆਚਾਰ ਦੀ ਰੂਹ ਹੁੰਦੀ ਆ ਉਹਦੀ ਬੋਲੀ। ਬਿਲਕੁਲ, ਮੈਂ ਤੁਹਾਨੂੰ ਇਸੇ ਆਉਣ ਲੱਗਾ ਸੀਗਾ ਕਿ ਬੋਲਣਾ ਵੀ ਜਿਹੜਾ ਵਾ ਉਹ ਇੱਕ ਪਛਾਣ ਹੈ ਕਿ ਕਿੱਦਾਂ ਬੋਲਦੇ। ਪੰਜਾਬੀ ਵੈਸੇ ਮਿੱਠਾ ਨਹੀਂ ਬੋਲਦੇ, ਲੱਗਦਾ ਤੁਹਾਨੂੰ? ਉਹ ਕਹਿੰਦੇ ਸੀ ਨਾ ਵੀ ਪੰਜਾਬ ਦੇ ਜੰਮੇ ਨੂੰ 100 ਮੁਹਿੰਮਾਂ, ਕਿਉਂਕਿ ਅਸੀਂ ਅਗਰੈਸਿਵ ਰਹੇ ਹਾਂ ਕਿ ਅਸੀਂ ਲੜਾਈਆਂ 'ਚ ਰਹੇ, ਸ਼ੁਰੂ ਤੋਂ ਹਾਲਾਤ ਸਾਡੇ ਬਦਲੇ। ਪਰ ਪੰਜਾਬ ਦਾ ਇੱਕ ਦੂਜਾ ਹਿੱਸਾ ਜਿਹੜਾ ਪਾਕਿਸਤਾਨ ਵਿੱਚ ਚਲਾ ਗਿਆ, ਉਹਨਾਂ ਦੀ ਭਾਸ਼ਾ ਬੜੀ ਮਿੱਠੀ ਹੈ, ਉਹਨਾਂ ਦੀ ਬੋਲੀ ਬੜੀ ਮਿੱਠੀ ਹੈ, ਬੋਲਦੇ ਪੰਜਾਬੀ ਉਹ ਵੀ। ਅਨਡਾਊਟਡਲੀ ਜਿਹੜਾ ਉਰਦੂ ਹੈਗਾ ਸਭ ਤੋਂ ਖੂਬਸੂਰਤ ਤੇ ਮਿੱਠੀ ਜ਼ੁਬਾਨ ਹੈਗੀ। ਪੰਜਾਬੀ ਦੇ ਵਿੱਚ ਵੀ ਬਹੁਤ ਖੂਬਸੂਰਤੀ ਨਾਲ ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੋ। ਬਹੁਤ ਹੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਨੈਣਾ ਮਤ ਛੋਇਓ ਫਿਰ ਦੇਖਣ ਕੀ ਆਸ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖੀ ਆ, ਤੇ ਜਦੋਂ ਦੈਂਤ ਦੇ ਉਹ ਕਿਰਪਾਨ ਵੱਜੀ ਤੇ ਕਿਰਪਾਨ ਵਾਪਸ ਆਈ ਤੇ ਖੂਨ ਦੀ ਲਿਬੜੀ ਸੀ, ਤਾਂ ਗੁਰੂ ਸਾਹਿਬ ਕਹਿੰਦੇ ਨੇ ਦੇਖ ਰਜਾਦੀ ਨਿਕੜੀ ਪਹਿਨ ਸੂਹੀ ਸਾੜੀ।
ਕਿਰਪਾਨ ਨੂੰ ਖੂਨ ਲੱਗਣਾ ਹੂੰ ਸ਼ਹਿਜ਼ਾਦੀ ਦੀ ਸਾੜੀ ਲਾਲ ਸਾੜੀ ਦੇ ਬਰਾਬਰ ਦਾ ਹੂੰ ਅਲੰਕਾਰ ਸੀ। ਬਿਲਕੁਲ ਬਿਲਕੁਲ। ਐਸੀ ਖੂਬਸੂਰਤੀ ਐਸੀ ਅਮੀਰਤ ਜਿਹੜੀ ਹੈ ਇਹ ਪੰਜਾਬੀ ਕਲਚਰ ਵਿੱਚ। ਇਸ ਸੱਭਿਆਚਾਰ ਨੂੰ ਸਾਂਭਣ ਦੇ ਲਈ ਕੀ ਕਰਨਾ ਚਾਹੀਦਾ ਜੀ? ਇਹ ਤਾਂ ਪਹਿਲਾਂ ਇਹ ਮੰਨ ਕੇ ਚੱਲੀਏ ਕਿ ਅਸੀਂ ਬਹੁਤ ਦੂਰ ਹੋ ਗਏ, ਫਿਰ ਅਸੀਂ ਇਹਨੂੰ ਹੁਣ ਦੂਰ ਹੋ ਗਏ, ਹੇਰਵਾ ਤਾਂ ਹੈਗਾ, ਦੁੱਖ ਤਾਂ ਹੈਗਾ, ਮੁਸ਼ਕਲ ਤਾਂ ਆਉਂਦੀ ਹੈ। ਮੈਂ ਦੋ ਗੱਲਾਂ ਪਹਿਲਾਂ ਇਹਦੇ 'ਚ ਐਡ ਕਰਦੇ ਹਾਂ ਹਾਂਜੀ ਕਿ ਸੱਭਿਆਚਾਰ ਜਿਹੜਾ ਨਾ ਉਹ ਖੂਬਸੂਰਤ ਤਾਂ ਹੁੰਦਾ ਜੇ ਉਹ ਫਲੈਕਸੀਬਲ ਹੋਵੇ। ਠੀਕ ਹੈ। ਉਹਦੇ 'ਚ ਇਲਾਸਟਿਸਿਟੀ ਹੋਣੀ ਚਾਹੀਦੀ ਹੈ, ਦਰਿਆ ਦੇ ਪਾਣੀ ਵਾਂਗ ਵਗਦਾ ਹੋਵੇ, ਛੱਪੜ ਦੇ ਪਾਣੀ ਵਾਂਗ ਰਿਜਿਡ ਨਹੀਂ ਹੋਣਾ ਚਾਹੀਦਾ। ਰਿਜਿਡ ਨਹੀਂ ਹੋਣਾ ਚਾਹੀਦਾ। ਪੰਜਾਬੀ ਸੱਭਿਆਚਾਰ ਨੇ ਗਜ਼ਲ ਨੂੰ, ਕਵਾਲੀ ਨੂੰ ਆਪਣੇ ਵਿੱਚ ਸਮੇਟਣ ਦੀ ਕੋਸ਼ਿਸ਼ ਕੀਤੀ। ਜੋ ਖੂਬਸੂਰਤ ਛੰਦ ਸੀਗੇ ਉਹਨਾਂ ਨੂੰ, ਤੁਸੀਂ ਟਾਡੀਆਂ ਦੀਆਂ ਵਾਰਾਂ ਦੇਖੋ, ਇੰਨਾ ਵੀਰ ਰਸ ਦੀਆਂ ਵਾਰਾਂ ਜਿਹੜੀਆਂ ਹੈਗੀਆਂ ਨੇ, ਔਰ ਉਹਨਾਂ ਨੇ ਉਸ ਟਾਈਮ ਦੀ ਉਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਸੀਗੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ, ਜੋਸ਼ ਭਰਨ ਦੀ ਕੰਟਰੀਬਿਊਸ਼ਨ। ਬਿਲਕੁਲ। ਤਾਂ ਇਤਿਹਾਸ ਦੇ ਦੋ ਪੱਖ ਨੇ ਪੰਜਾਬੀਆਂ ਦੇ। ਇੱਕ ਪੱਖ ਇਹ ਹੈਗਾ ਕਿ ਜਦੋਂ ਅਸੀਂ ਬਹੁਤ ਲੜਾਈਆਂ ਵਿੱਚ ਸੀ, ਇੱਕ ਪੱਖ ਉਹ ਹੈਗਾ ਜਦੋਂ ਅਸੀਂ ਸ਼ਾਂਤੀ 'ਚ ਸੀ। ਇਹਦੇ 'ਚ ਇੱਕ ਜੇ ਬੈਲੈਂਸ ਬਣਾ ਲਈਏ ਆਪਾਂ, ਸ਼ਾਂਤੀ ਵਾਲਾ ਕਲਚਰ ਤੇ ਜੋਸ਼ ਵਾਲਾ ਕਲਚਰ, ਤਾਂ ਮੈਨੂੰ ਲੱਗਦਾ ਕਿ ਇਹ ਬਲੈਂਡ ਆਫ ਦੀ ਟੂ ਜਿਹੜਾ ਹੈਗਾ ਉਹਨੂੰ ਅਸੀਂ ਪ੍ਰੀਜ਼ਰਵ ਕਰ ਪਾਵਾਂਗੇ। ਠੀਕ ਹੈ। ਇਹਨੂੰ ਸਾਂਭਣ ਦੀ ਗੱਲ ਮੈਂ ਕਰਦਾ ਸੀ ਨਾ ਜੀ। ਅਸੀਂ ਦੂਰ ਤਾਂ ਹੁੰਦੇ ਗਏ, ਹੈਗੇ ਦੂਰ, ਇਮਾਨਦਾਰੀ ਨਾਲ ਮੰਨ ਲੈਣਾ ਚਾਹੀਦਾ। ਅਸੀਂ ਆਪਣੀ ਪਰੰਪਰਾ ਨੂੰ ਛੱਡ ਰਹੇ ਹਾਂ, ਭੁੱਲ ਰਹੇ ਹਾਂ, ਜਾਣੇ ਜਾਂ ਅਣਜਾਣੇ। ਇਹਨੂੰ ਕਿਵੇਂ ਰੱਖਿਆ ਜਾ ਸਕਦਾ ਨਾਲ? ਦੇਖੋ, ਮੈਂ ਜੋ ਜ਼ਿਕਰ ਕਰ ਰਿਹਾ ਸੀਗਾ ਕਿ ਜਿਹੜੀ ਬੋਲੀ ਹੈ ਨਾ, ਇਹ ਜੇ ਜਿਉਂਦੀ ਹੋਵੇ ਤਾਂ ਤੁਹਾਡਾ ਸੱਭਿਆਚਾਰ ਜਿਉਂਦਾ ਰਹਿੰਦਾ। ਬੋਲੀ ਨੂੰ ਜ਼ਿਆਦਾ ਪ੍ਰੈਫਰੈਂਸ ਦੇਣੀ ਚਾਹੀਦੀ, ਮਾਤ ਭਾਸ਼ਾ ਜਿਹੜੀ ਹੈਗੀ ਆ ਤੁਹਾਡੀ, ਕਿਉਂਕਿ ਸਾਰਾ ਜਦੋਂ ਬੰਦਾ ਕਿਤੇ ਮਾਈਗ੍ਰੇਟ ਹੁੰਦਾ ਨਾ, ਦੋ ਚੀਜ਼ਾਂ ਨਾਲ ਲੈ ਕੇ ਆਉਂਦਾ। ਇੱਕ ਉਹ ਆਪਦੀ ਮਾਂ ਬੋਲੀ ਲੈ ਕੇ ਆਉਂਦਾ, ਇੱਕ ਉਹ ਸਾਰਾ ਥਾਟ, ਉਹ ਸਾਰਾ ਕਲਚਰ ਉਹਦੇ ਮਾਈਂਡ ਵਿੱਚ ਸੈੱਟ ਹੁੰਦਾ। ਤਾਂ ਉਹਨੇ ਜਦੋਂ ਐਕਸਪ੍ਰੈਸ ਕਰਨਾ ਹੈਗਾ, ਉਹਨੇ ਆਪਣੀ ਮਾਂ ਬੋਲੀ 'ਚ ਐਕਸਪ੍ਰੈਸ ਕਰਨਾ ਹੈਗਾ। ਠੀਕ ਹੈ। ਤੇ ਜਦੋਂ ਉਹਦੀ ਮਾਂ ਬੋਲੀ ਉਹ ਤੋਂ ਦੂਰ ਹੋ ਜਾਂਦੀ ਹੈਗੀ ਆ, ਤਾਂ ਉਹਦੇ ਨਾਲ ਜੁੜੀਆਂ ਰਸਮਾਂ ਰਿਵਾਜ ਜਿਹੜੇ ਆ ਉਹ ਹੌਲੀ ਹੌਲੀ ਦੂਰ। ਇਹ ਤਕਰੀਬਨ ਜਿੰਨੇ ਵੀ ਮਾਈਗ੍ਰੇਸ਼ਨਸ ਹੋਈਆਂ ਨੇ ਉੱਥੇ ਇਹ ਪ੍ਰੋਬਲਮ ਆਈ ਹੈਗੀ ਆ। ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਹੈਗੀ ਆ। ਇਹਦੇ ਤੇ ਜੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਮੈਸੇਜ ਹੈ ਵੀ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ। ਪੇਰੈਂਟਸ ਅਗਰ ਮਾਂ ਬੋਲੀ ਨੂੰ ਘਰੇ ਬੋਲਦੇ ਹੀ ਨਹੀਂ ਤਾਂ ਬੱਚੇ ਕਿਵੇਂ ਬੋਲਣਗੇ? ਮੈਂ ਘਰਾਂ ਵਿੱਚ ਦੇਖਿਆ ਕਿ ਅਸੀਂ ਪਿੰਡਾਂ ਵਿੱਚ ਜਾਂਦੇ ਸੀ, ਸਾਰੇ ਬੱਚੇ ਭੱਜ ਕੇ ਸਤਿ ਸ੍ਰੀ ਅਕਾਲ ਕਹਿ ਦਿੰਦੇ ਸੀ। ਹਾਂਜੀ ਬਿਲਕੁਲ। ਇੱਥੇ ਬੱਚੇ ਨੂੰ ਕਿਹਾ ਜਾਂਦਾ ਵੀ ਬੋਲੋ ਸਤਿ ਸ੍ਰੀ ਅਕਾਲ, ਉਹ ਚੁੱਪ ਕਰ ਜਾਂਦਾ ਹੈਗਾ, ਕਿਉਂਕਿ ਘਰ ਵਿੱਚ ਨਾ ਤਾਂ ਫਾਦਰ ਨੇ ਸਤਿ ਸ੍ਰੀ ਅਕਾਲ ਕਿਸੇ ਨੂੰ ਬੁਲਾਈ ਹੈ, ਨਾ ਮਦਰ ਨੇ। ਪਿੰਡਾਂ ਵਿੱਚ ਕੀ ਹੁੰਦਾ ਸੀਗਾ, ਸ਼ਹਿਰਾਂ 'ਚ ਵੀ ਕੀ ਹੁੰਦਾ ਸੀ, ਜਦੋਂ ਤੁਸੀਂ ਮਿਲਦੇ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾਉਣੇ ਹੋ ਤੇ ਬੱਚਾ ਸੁਣਦਾ, ਉਹ ਸੁਣ ਕੇ ਉਹਦੇ ਜ਼ਿਹਨ ਦਾ ਹਿੱਸਾ ਬਣਦਾ, ਉਹਦੇ ਮਾਈਂਡ ਦਾ ਹਿੱਸਾ ਬਣਦਾ ਹੈਗਾ। ਤਾਂ ਘਰਾਂ ਵਿੱਚ ਜੇ ਇਹ ਸਿਸਟਮ ਸ਼ੁਰੂ ਹੋਵੇ ਕਿ ਪੇਰੈਂਟਸ, ਮੈਂ ਤੁਹਾਨੂੰ ਪੰਜਾਬੀ ਬੋਲੀ ਦੀ ਗੱਲ ਕਰਦਾ ਕਿ ਪੰਜਾਬੀ ਜੋ ਮੈਂ ਸੁਣਦਾ, ਅਸੀਂ ਤਾਂ ਲਗਾ ਮਾਤਰਾ ਤੋਂ ਵੀ ਦੂਰ ਹੋ ਗਏ, ਹੋੜੇ ਕਨੌੜੇ ਦਾ ਵੀ ਫਰਕ ਨਹੀਂ ਰਹਿ ਗਿਆ। ਉਹੀ ਬੋਲਣ ਵਿੱਚ ਵੀ ਇਦਾਂ ਹੀ ਬੋਲਣ ਦੇ ਵਿੱਚ ਗਿਆ, ਅਸੀਂ ਕੌਲੀ ਨੂੰ ਕੋਲੀ ਕਹੀ ਜਾਂਦੇ ਹਾਂ। ਹੁਣ ਜਿਵੇਂ ਤੁਸੀਂ, ਮੈਂ ਸੁਣਦਾ ਹੁੰਦਾ ਕਿ ਕਿਸੇ ਨੂੰ ਲੈ ਕੇ ਆਉਣਾ, ਰਾਈਟ ਦੇਣੀ, ਅੰਗਰੇਜ਼ੀ 'ਚ ਕਹਿੰਦੇ ਆ, ਇਹਨਾਂ ਨੇ ਉਹ ਕਿਹਾ ਵੀ ਤੁਸੀਂ ਚੁੱਕ ਲਿਆਈ। ਤਾਂ ਜਿੱਥੇ ਕਰੈਕਸ਼ਨਸ ਕਰਨੀਆਂ ਸੀਗੀਆਂ, ਜ਼ਿਆਦਾ ਟਾਈਮ ਨਹੀਂ ਮਿਲਿਆ ਇਸ ਗੱਲ ਦਾ, ਕਿਉਂਕਿ ਜਿਹੜਾ ਕਲਚਰ ਹੁੰਦਾ ਤੇ ਲੈਂਗੁਏਜ ਹੁੰਦੀ ਆ ਨਾ, ਇਹ ਬਹੁਤ ਫਲੈਕਸੀਬਲ ਹੁੰਦੀ ਆ। ਇਹ ਤਤਸਮ ਰੂਪ ਵਿੱਚ ਸ਼ਬਦ ਲੈ ਜਾਂਦੀ ਆ, ਤਦਭਵ ਰੂਪ ਵਿੱਚ ਸ਼ਬਦ ਲੈ ਜਾਂਦੀ ਆ। ਲੈਂਗੁਏਜ ਨੇ, ਪੰਜਾਬੀ ਨੇ ਅਡਾਪਟ ਕਰ ਲਏ ਸਾਰੇ। ਕਈ ਵਾਰੀ ਪਰ ਉਹ ਤੁਹਾਡੇ ਕੰਨਾਂ ਨੂੰ ਸੁਖਾਵੇਂ ਨਹੀਂ ਲੱਗਦੇ। ਠੀਕ ਹੈ ਜੀ। ਤਾਂ ਇਹਦੇ ਤੇ ਕੰਮ ਕਰਨ ਦੀ ਲੋੜ ਆ ਕਿ ਕੋਈ ਵੋਕੈਬਲਰੀ ਬਣਾਈ ਜਾਵੇ, ਜਿਹੜੀ ਵੋਕੈਬਲਰੀ ਬੱਚਿਆਂ ਨੂੰ ਘਰਾਂ ਵਿੱਚ ਦੱਸੀ ਜਾਵੇ, ਤੇ ਬੱਚੇ ਜਦੋਂ ਪੰਜਾਬੀ ਲੈਂਗੁਏਜ ਨੂੰ ਸਮਝ ਲੈਣਗੇ ਫਿਰ ਹੀ ਉਹ ਪੰਜਾਬੀ ਕਲਚਰ ਦੇ ਨਾਲ ਜੁੜੇ ਰਹਿਣਗੇ। ਇਹ ਸ਼ਾਇਦ ਜਿਹੜਾ ਕੰਮ ਜਿਹਨਾਂ ਲੋਕਾਂ ਨੂੰ ਕਰਨਾ ਚਾਹੀਦਾ, ਉਹਨਾਂ ਦਾ ਏਜੰਡਾ ਹੀ ਹੈ ਨਹੀਂ। ਸਰਕਾਰਾਂ ਦਾ ਕੋਈ ਏਜੰਡਾ ਨਹੀਂ ਤੇ ਵੱਡਿਆਂ ਲੋਕਾਂ ਦਾ ਵੀ ਕੋਈ ਏਜੰਡਾ ਨਹੀਂ। ਸਾਡਾ ਤੁਹਾਡਾ ਫਿਕਰ ਜ਼ਰੂਰ ਹੈ, ਅਸੀਂ ਹੇਰਵਾ ਕਰਦੇ ਹਾਂ ਕਿ ਇੱਦਾਂ ਨਹੀਂ, ਇੱਦਾਂ ਹੋਣਾ ਚਾਹੀਦਾ। ਠੀਕ ਹੈ ਜੀ। ਹੁਣ ਦੇਖੋ, ਗੱਲ ਤਾਂ ਇਹ ਹੈ ਕਿ ਅਸੀਂ ਹੇਰਵਾ, ਸਾਨੂੰ ਇਹ ਹੈਗਾ ਕਿ ਸਾਡੀ ਉਮਰ ਜਿਹੜੀ ਆ ਉਹ ਪੰਜਾਬੀ ਭਾਸ਼ਾ ਨਾਲ ਪਿਆਰ ਕਰਦਿਆਂ ਦੀ ਲੰਘ ਜਾਣੀ ਆ। ਆਉਣ ਵਾਲੀ ਸਾਡੀ ਪੀੜ੍ਹੀ ਸ਼ਾਇਦ ਇਹ ਤੋਂ ਬਹੁਤ ਦੂਰ ਹੋ ਜਾਊਗੀ। ਪਰ ਜਿਹੜੀ ਵੱਡੀ ਗੱਲ ਚੰਗੀ ਆ
ਉਹ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ, ਤੁਹਾਨੂੰ ਲੱਗੂਗਾ ਕਿ ਉਹ ਪੰਜਾਬ ਤੋਂ ਸ਼ਾਇਦ ਹੋਰ ਹੈ, ਜਾਂ ਉਹ ਬਹੁਤ ਛੋਟਾ ਰਹਿ ਗਿਆ। ਵੱਡਾ ਪੰਜਾਬ ਜਾਂ ਵੱਡਾ ਹਿੱਸਾ ਪੰਜਾਬ ਦਾ ਜਿਹੜਾ ਉਹ ਕੈਨੇਡਾ ਅਮਰੀਕਾ ਦੇ ਵਿੱਚ ਰਹਿ ਰਿਹਾ, ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਕੋਈ ਇੱਦਾਂ ਦਾ ਕੰਟਰੀ ਹੈ ਨਹੀਂ ਜਿੱਥੇ ਪੰਜਾਬੀਆਂ ਦੇ ਝੰਡੇ ਨਾ ਗੱਡੇ ਹੋਣ, ਹਰ ਜਗ੍ਹਾ ਹੈਗੇ। ਠੀਕ ਹੈ ਜੀ। ਹੁਣ ਅਸਲ ਵਿੱਚ ਕੀ ਹੈਗਾ ਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬੀਆਂ ਨੇ ਜਾਂ ਪੰਜਾਬੀ ਭਾਸ਼ਾ ਨੇ, ਇਹਦੀ ਬੋਲੀ ਨੇ ਦੂਜੀਆਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਅਬਜ਼ੌਰਬ ਕਰ ਲਏ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਦੇਖੋ ਅਸੀਂ ਪੈਂਟ ਨੂੰ ਪੈਂਟ ਹੀ ਕਹਿੰਦੇ ਜੀ, ਸਟੇਸ਼ਨ ਨੂੰ ਸਟੇਸ਼ਨ ਹੀ ਕਹਿੰਦੇ, ਬੱਸ ਨੂੰ ਬੱਸ ਹੀ ਕਹਿੰਦੇ, ਉਹ ਲਫ਼ਜ਼ ਤਾਂ ਅੰਗਰੇਜ਼ੀ ਦੇ ਅਸੀਂ ਅਡਾਪਟ ਕਰ ਲਏ। ਪਰ ਜਿਹੜੇ ਪੰਜਾਬੀ ਦੇ ਸ਼ੁੱਧ ਲਫ਼ਜ਼ ਨੇ, ਹੁਣ ਅਸੀਂ ਝਾੜੂ ਲਫ਼ਜ਼ ਬਣੀ ਕਿੱਥੋਂ ਆਇਆ? ਬੌਕਰ ਸ਼ਬਦ ਪਿੰਡਾਂ 'ਚ ਹੁੰਦਾ ਸੀਗਾ, ਬੌਕਰ ਹੈ ਨਾ, ਤੇ ਚਲੋ ਝਾੜੂ ਵੀ ਸ਼ਬਦ ਮਾੜਾ ਨਹੀਂ ਹੈ, ਪਰ ਉਹ ਹੁਣ ਇੱਥੇ ਤਾਂ ਬਰੂਮ ਹੀ ਕਹਿੰਦੇ। ਠੀਕ ਹੈ ਨਾ। ਹੌਲੀ ਹੌਲੀ ਉਹ ਸ਼ਬਦ ਜਿਨ੍ਹਾਂ ਵਿੱਚ ਤੁਹਾਨੂੰ ਅਮੀਰੀ ਝਲਕਦੀ ਹੈ ਨਾ ਜੀ, ਉਹ ਦੂਰ ਹੁੰਦੇ ਜਾਂਦੇ ਆ। ਉਹ ਸਾਨੂੰ ਨਾਲ ਜੋੜ ਕੇ ਰੱਖਣੇ ਪੈਣਗੇ। ਕਈ ਵਾਰੀ ਸ਼ਬਦ ਇੱਦਾਂ ਦਾ ਹੁੰਦਾ, ਬੱਚੇ ਮਹਿਸੂਸ ਕਰਦੇ ਆ ਵੀ ਇਹ ਕੀ ਬੋਲਦੇ ਆ ਅਸੀਂ। ਜੇ ਉਹਨਾਂ ਨੂੰ ਲੱਗਦਾ ਅੱਖਰ ਦਾ ਸ਼ਬਦ ਉਹ ਵੀ ਇਹ ਨਹੀਂ, ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਜਾਂ ਮੇਰੇ ਕੰਨਾਂ ਨੂੰ ਚੰਗਾ ਨਹੀਂ ਲੱਗਦਾ, ਤਾਂ ਉਹਨੂੰ ਦੱਸਣਾ ਚਾਹੀਦਾ ਵੀ ਇਹਦਾ ਮਤਲਬ ਕੀ। ਇੱਥੇ ਨਾ ਮੈਨੂੰ ਲੱਗਦਾ ਕਿ ਜਿਹੜੇ ਲੈਂਗੁਏਜ ਦੇ ਐਕਸਪਰਟ ਨੇ ਨਾ, ਉਹਨਾਂ ਨੂੰ ਇਹਦੇ ਤੇ ਕੰਮ ਕਰਨਾ ਚਾਹੀਦਾ ਹੈ। ਕਿਉਂਕਿ ਫੋਰ ਐਗਜ਼ਾਮਪਲ ਅਸੀਂ ਊੜਾ ਆੜਾ ਪੜ੍ਹਾਉਂਦੇ ਸੀਗੇ, ਊੜਾ ਉੱਠ ਕਹਿੰਦੇ ਸੀਗੇ, ਆੜਾ ਅੱਖ ਕਹਿੰਦੇ ਸੀਗੇ। ਜਿਹੜਾ ਬੱਚਾ ਇੱਧਰਲਾ ਬੌਰਨ ਆ ਜਾਂ ਇੱਥੇ ਮਾਈਗ੍ਰੇਟ ਕਰ ਗਿਆ, ਉਹਨੇ ਉੱਠ ਦੀ ਤਸਵੀਰ ਦੇਖੀ ਨਹੀਂ, ਉਹਨੇ ਉੱਠ ਨਹੀਂ ਦੇਖਿਆ ਗਾ। ਇਸ ਕਰਕੇ ਉਹ ਸਿੰਬੋਲਿਕਲੀ ਉਹਨੂੰ ਅੰਡਰਸਟੈਂਡ ਨਹੀਂ ਕਰਦਾ। ਉਹਨਾਂ ਨੂੰ ਨਵੇਂ ਸਿੰਬਲ ਦੇਣੇ ਪੈਣਗੇ। ਇੱਕ ਡਿਜ਼ਾਈਨ ਕਰਨੀ ਚਾਹੀਦੀ ਆ ਪੰਜਾਬੀ, ਨਵੇਂ ਸਿੰਬਲਸ ਦੇ ਨਾਲ ਹੋਣੀ ਚਾਹੀਦੀ ਆ। ਬੱਚਾ ਕਦੋਂ ਲਰਨ ਕਰਦਾ? ਬੱਚਾ ਪਹਿਲਾਂ ਲਰਨ ਕਰਦਾ এনवायरमेंट ਦੇ ਵਿੱਚੋਂ, ਫਿਰ ਉਹਨੂੰ ਦੱਸਿਆ ਜਾਂਦਾ। ਪਹਿਲਾਂ ਉਹ ਪਾਪਾ ਮੰਮਾ ਬੋਲਦਾ ਤੇ ਬਾਅਦ 'ਚ ਪਪਾ ਤੇ ਮੰਮਾ ਉਹਨੂੰ ਦੱਸਿਆ ਜਾਂਦਾ। ਮੈਨੂੰ ਲੱਗਦਾ ਡਾਕਟਰ ਸਾਹਿਬ ਜਿਹੜੀ ਗੱਲ ਆਪਾਂ ਕੀਤੀ ਪਹਿਰਾਵੇ ਦੀ, ਖਾਣੇ ਦੀ, ਉਹ ਸਾਡੇ ਨਾਲ ਹੈਗਾ। ਅਜੇ ਵੀ ਘਰਾਂ ਦੇ ਵਿੱਚ ਪਾਰਟੀਆਂ ਹੁੰਦੀਆਂ ਤੇ ਉੱਥੇ ਸਾਗ ਬਣਦਾ, ਮੱਕੀ ਦੀ ਰੋਟੀ ਵੀ ਬਣਦੀ, ਠੀਕ ਹੈ ਜੀ, ਦਾਲ ਮੱਖਣੀ ਵੀ ਬਣਦੀ ਹੈ, ਠੀਕ ਹੈ ਜੀ। ਅਸੀਂ ਉਹ ਕੇਸਰੀ ਦੇ ਚਾਵਲ ਵੀ ਬਣਾ ਲੈਂਦੇ ਹਾਂ, ਮਿੱਠੇ ਚੌਲ, ਤੰਦੂਰੀ ਚਿਕਨ ਵੀ ਖੀਰ ਬਣਾ ਲੈਂਦੇ ਹਾਂ, ਹੈ ਨਾ ਜੀ। ਤੇ ਜੇ ਕਿਤੇ ਗੰਨੇ ਦੀ ਰਸ ਮਿਲਦੀ ਹੋਵੇ ਅਸੀਂ ਉਹ ਪੀਂਦੇ ਹਾਂ, ਗੁੜ ਵੀ ਲਿਆ ਕੇ ਘਰ ਖਾਂਦੇ ਹਾਂ, ਠੀਕ ਹੈ ਜੀ। ਖੰਡ ਦੀ ਬਜਾਏ ਗੁੜ ਨੂੰ ਤਰਜੀਹ ਦੇ ਲੈਂਦੇ ਹਾਂ। ਕੱਪੜੇ ਵੀ ਅਸੀਂ ਉਸ ਤਰੀਕੇ ਦੇ ਪਾਉਂਦੇ ਹਾਂ। ਮੈਨੂੰ ਲੱਗਦਾ ਜੈਂਟਸ ਕੱਪੜੇ ਜਿਹੜੇ ਆ ਸਾਡੇ ਤਾਂ ਆਹੀ ਹੁੰਦੇ ਆ, ਪਰ ਕੁੜੀਆਂ ਬੁੜੀਆਂ ਜਿਹੜੀਆਂ ਉਹ ਪੂਰਾ ਧਿਆਨ ਰੱਖਦੀਆਂ, ਔਰ ਬੜੀ ਤੇਜ਼ੀ ਨਾਲ ਫੈਸ਼ਨ ਜਿਹੜੇ ਉਹਨਾਂ ਦੇ ਬਦਲਦੇ ਆ, ਪਰ ਉਹ ਪੰਜਾਬੀ ਹੀ ਰੱਖਦੇ ਆ। ਜਦੋਂ ਕਿਤੇ ਉਹਨਾਂ ਨੂੰ ਘਰਾਂ ਪਰਿਵਾਰਾਂ 'ਚ ਜਾਣਾ ਪੈਂਦਾ, ਉਦੋਂ ਉਹ ਕੱਪੜੇ ਪਾਉਂਦੀਆਂ ਕੁੜੀਆਂ, ਜਾਂ ਜਦੋਂ ਕਿਤੇ ਗੁਰਦੁਆਰੇ ਜਾਂਦੀਆਂ, ਕਿਤੇ ਕਲਚਰਲ ਪ੍ਰੋਗਰਾਮ 'ਤੇ ਜਾਂਦੀਆਂ, ਉਦੋਂ ਉਹ ਕੱਪੜੇ ਪਾਉਂਦੀਆਂ। ਅੜਿੱਕਾ ਸਿਰਫ ਭਾਸ਼ਾ ਤੇ ਆ, ਬੋਲੀ ਤੇ ਆ। ਪੰਜਾਬੀ ਸੱਭਿਆਚਾਰ ਦੇ ਵਿੱਚ ਨਾ ਸ਼ਿੰਗਾਰ ਦੀ ਬਹੁਤ ਮਹੱਤਤਾ ਰਹੀ ਹੈ ਕਿ ਹਰ ਲੜਕੀ ਜਿਹੜੀ ਹੈਗੀ ਆ ਉਹ ਆਪਣਾ ਸ਼ਿੰਗਾਰ ਕਰਦੀ ਹੈ। ਸ਼ੁਰੂ ਤੋਂ ਬਚਪਨ ਤੋਂ ਤੁਸੀਂ ਦੇਖੋ, ਉਹ ਆਪਣੇ ਛੋਟੇ ਛੋਟੇ ਡਰੈਸ ਲਊਗੀ, ਉਹ ਗੁੱਡੀਆਂ ਪਟੋਲੇ ਬਣਾਊਗੀ, ਫਿਰ ਉਹਦੀਆਂ ਡਿਮਾਂਡਸ ਉਸ ਤਰ੍ਹਾਂ ਦੀਆਂ ਹੁੰਦੀਆਂ। ਇਹ ਇੱਕ ਤਰ੍ਹਾਂ ਨਾਲ ਇਨਹੇਰੈਂਟ ਹੈ। ਪਹਿਲਾਂ ਉਹਦੇ ਮਦਰ ਨੇ, ਫਿਰ ਗ੍ਰੈਂਡ ਮਦਰ ਨੇ, ਉਹਨੇ ਉਹਦੇ ਤੋਂ ਸਿੱਖਿਆ। ਇਹ ਸਾਰੀ ਚੀਜ਼ ਹੈ, ਇਹ ਟ੍ਰਾਂਸਫਰ ਹੋ ਰਹੀ ਹੈ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਟ੍ਰਾਂਸਫਰ ਤਾਂ ਬੋਲੀ ਵੀ ਹੋਈ, ਭਾਸ਼ਾ ਵੀ ਹੋਈ, ਬੋਲੀ ਵੀ ਹੋਈ। ਉਹ ਉਸ ਤਰੀਕੇ ਨਾਲ ਉਹ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨੂੰ ਕਦੇ ਠੀਕ ਕੀਤਾ ਜਾ ਸਕਦਾ? ਪੰਜਾਬੀ ਬੋਲੀ ਵਾਸਤੇ ਤਾਂ ਮੇਰਾ ਖਿਆਲ ਹੈ ਕਿ ਜ਼ਿਆਦਾ ਰੋਲ ਪੇਰੈਂਟਸ ਦਾ ਹੀ ਹੈ, ਕਿਉਂਕਿ ਫੈਮਿਲੀ 'ਚੋਂ ਹੀ ਬੱਚਾ ਪੰਜਾਬੀ ਸਿੱਖ ਸਕਦਾ। ਜੇ ਤੁਸੀਂ ਸੋਚੋ ਵੀ ਬਾਹਰ ਕਲਾਸਿਸ ਦੇ ਨਾਲ ਸਿੱਖ ਸਕੇ, ਉਹ ਬੱਚੇ ਨੂੰ ਲੱਗਦਾ ਕਿ ਮੈਨੂੰ ਸਿਖਾਇਆ ਜਾ ਰਿਹਾ ਹੈ। ਉਹਦੇ ਮਾਈਂਡ ਸੈਟ ਦੇ ਵਿੱਚ ਮੈਂ ਇੱਕ ਜਿਹੜੀ ਮੈਨੂੰ ਲੱਗਦਾ ਕਿ ਹੋਰ ਇਸ ਤੋਂ ਵੀ ਵੱਡੀ ਸਮੱਸਿਆ ਆਊਗੀ ਜੇ ਪੰਜਾਬੀ ਲੈਂਗੁਏਜ ਤੋਂ ਦੂਰ ਚਲੇ ਜਾਓਗੇ। ਜਿੰਨਾ ਪੰਜਾਬੀ ਕਲਚਰ ਤੇ ਸਿੱਖ ਕਲਚਰ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਹ ਦੋਨੋਂ ਸਿੰਥੈਟਿਕ ਹੀ ਹੈ, ਸੁਮੇਲ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਨੇ, ਉਹਨਾਂ ਦੀ ਤੁਸੀਂ ਟ੍ਰਾਂਸਲੇਸ਼ਨ ਨਾਲ ਗਲਤ ਅੰਡਰਸਟੈਂਡ ਕਰ ਲਓਗੇ, ਪਰ ਉਹਦੇ ਰਾਗ ਵਿੱਚ ਗਾਏ ਹੋਏ ਨੂੰ ਬੱਚਾ ਨਹੀਂ ਸਮਝ ਪਾਊਗਾ। ਬਿਲਕੁਲ ਠੀਕ। ਇਹ ਉਹਦੀ ਬਹੁਤ ਵੱਡੀ ਪ੍ਰੋਬਲਮ ਰਹੂਗੀ ਲਾਈਫ ਨਾਲ। ਤੇ ਉਸ ਰਾਗ ਵਿੱਚ ਉਸ ਨੂੰ ਅੰਡਰਸਟੈਂਡ ਕਰਨਾ ਤੇ ਉਹਦੀ ਜਿਹੜੀ ਸਪਿਰਿਚੁਅਲ ਜਰਨੀ ਹੈਗੀ ਆ, ਉਹ ਸਟਾਰਟ ਨਹੀਂ। ਇੱਕ ਮੇਰਾ ਸਵਾਲ ਹੈ ਜੀ, ਆਪਾਂ ਜਿੰਨੀ ਵੀ ਗੱਲਬਾਤ ਕੀਤੀ ਹੁਣ ਇਸ ਸੰਦਰਭ ਵਿੱਚ ਕੀਤੀ, ਜਿੱਦਾਂ ਅਸੀਂ ਕੈਨੇਡਾ ਬੈਠ ਕੇ ਆਪਦੀ ਕੈਨੇਡੀਅਨ ਕਮਿਊਨਿਟੀ ਜਿਹੜੀ ਸਾਡੀ ਪੰਜਾਬੀ ਕੈਨੇਡੀਅਨ ਹੈਗੇ, ਅਸੀਂ ਉਹਨਾਂ ਦੀ ਫਿਕਰ ਕਰਦੇ ਹਾਂ। ਸਾਡੇ ਬੈਕ ਹੋਮ ਦਾ ਕੀ ਹਾਲ ਹੈ? ਬੈਕ ਹੋਮ ਵਿੱਚ ਵੀ ਤਾਂ ਪੰਜਾਬੀ ਭਾਸ਼ਾ ਦੀ ਪ੍ਰੋਬਲਮ ਹੈਗੀ। ਹਾਂਜੀ, ਬੈਕ ਹੋਮ ਪੰਜਾਬੀ ਭਾਸ਼ਾ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਉਹਦਾ ਕਾਰਨ ਇਹ ਹੈਗਾ ਕਿਉਂਕਿ ਮੈਂ ਐਜੂਕੇਸ਼ਨ 'ਚ ਰਿਹਾ ਹੈਗਾ,
ਕਿ ਜਿੰਨੀ ਹਾਇਰ ਐਜੂਕੇਸ਼ਨ ਹੈਗੀ ਆ ਉਹ ਇੰਗਲਿਸ਼ ਵਿੱਚ ਆ, ਜਿੰਨੀ ਟੈਕਨੋਲੋਜੀ ਹੈ ਸਾਰੀ ਉਹ ਇੰਗਲਿਸ਼ ਲੈਂਗੁਏਜ ਵਿੱਚ ਹੈ। ਤੇ ਹਰ ਬੱਚੇ ਦਾ ਗੋਲ ਆ, ਹਰ ਪੇਰੈਂਟਸ ਦਾ ਗੋਲ ਹੈ ਕਿ ਮੇਰਾ ਬੱਚਾ ਕਿਤੇ ਨਾ ਕਿਤੇ ਜਾ ਕੇ ਸੈੱਟ ਹੋ ਜਾਵੇ, ਸੈੱਟ ਬਾਹਰ ਹੀ ਹੋਵੇ। ਮੇਨ ਫਿਰ ਗੱਲ ਫਿਰ ਉਹਨਾਂ ਨੇ ਕੀ ਕੀਤਾ ਕਿ ਸੈੱਟ ਬੱਚਾ ਬਾਹਰ ਹੋਵੇ, ਉਹ ਵੀ ਸਮਝਦੇ ਬੰਗਲੌਰ ਨਾ ਜਾਵੇ, ਉਹ ਬੰਬੇ ਨਾ ਜਾਵੇ, ਇਟਸ ਬੈਟਰ ਕਿ ਉਹ ਮਾਈਗ੍ਰੇਟ ਕਰ ਲਵੇ। ਔਰ ਇੱਥੇ ਆ ਕੇ ਉਹਨਾਂ ਬੱਚਿਆਂ ਨੇ ਬਹੁਤ ਹੀ ਐਕਸੈਲ ਕੀਤਾ, ਇਹਦੇ 'ਚ ਕੋਈ ਦੋਰਾਵਾਂ ਨਹੀਂ। ਇੱਥੇ ਵੀ ਮੈਂ ਦੇਖਦਾ ਕਿ ਤੁਹਾਡਾ ਵਿਸਾਖੀ, ਤੁਹਾਡੀ ਦੀਵਾਲੀ, ਜਿੰਨੇ ਤਿਉਹਾਰ ਸੀਗੇ ਅਸੀਂ ਇੱਥੇ ਲੈ ਕੇ ਆਏ ਹੈਗੇ। ਤਾਂ ਜਿਵੇਂ ਜਿਵੇਂ ਕਲਚਰ ਦੇ ਬਾਹਰੀ ਰੂਪ ਨੇ ਉਹ ਤਾਂ ਆ ਜਾਣਗੇ, ਪਰ ਜਿਹੜੇ ਥਾਟ ਪ੍ਰੋਸੈਸ ਨਾਲ ਜੁੜੇ ਹੋਏ ਹੈਗੇ ਨੇ, ਫਾਰ ਐਗਜ਼ਾਮਪਲ ਕਿ ਕਾਹਨ ਸਿੰਘ ਨਾਭਾ ਉਹਨਾਂ ਨੇ, ਭਾਈ ਕਾਹਨ ਸਿੰਘ ਜੀ ਨਾਭਾ ਸਤਿਕਾਰਤ ਨੇ, ਜੋ ਮਹਾਨ ਕੋਸ਼ ਲਿਖਿਆ, ਵਾਲੇ ਪੇਰੈਂਟਸ ਨੂੰ ਪਤਾ ਹੀ ਨਹੀਂ ਹੈ। ਕੁਝ ਚੀਜ਼ਾਂ ਘਰਾਂ 'ਚ ਹੋਣੀਆਂ ਚਾਹੀਦੀਆਂ ਕਿ ਵੇਲੇ ਕੁ ਵੇਲੇ ਤੁਸੀਂ ਉਹਦਾ ਸ਼ਬਦ ਦਾ ਅਰਥ ਬੱਚੇ ਨੂੰ ਦੱਸ ਸਕੋ। ਠੀਕ ਹੈ, ਹਾਂਜੀ, ਬੱਚੇ ਪੁੱਛਦੇ ਆ। ਪੰਜਾਬੀ ਦੀਆਂ ਕਿਤਾਬਾਂ, ਪੰਜਾਬੀ ਦੀਆਂ ਡਿਕਸ਼ਨਰੀਆਂ ਜਿਹੜੀਆਂ ਹੈਗੀਆਂ, ਕਿਉਂਕਿ ਬੱਚਿਆਂ ਨੂੰ ਜੋ ਤੁਸੀਂ ਪੜ੍ਹਾ ਦਿਓਗੇ ਉਹ ਬੱਚੇ ਪੜ੍ਹ ਜਾਂਦੇ ਆ। ਮੇਰਾ ਤਜਰਬਾ ਇਹ ਹੈਗਾ, ਜੇ ਤੁਸੀਂ ਪੰਜਾਬੀ ਪੜ੍ਹਾਉਣੀ ਚਾਹੁੰਦੇ ਹੋ, ਉਸ ਲੈਵਲ ਦੀ ਪੰਜਾਬੀ ਪੜ੍ਹਾਉਣੀ ਚਾਹੁੰਦੇ ਹੋ ਕਿ ਉਹ ਗੱਲ ਨੂੰ, ਤੁਹਾਡੇ ਪੰਜਾਬੀ ਕਲਚਰ ਨੂੰ ਸਮਝ ਲੈ। ਕਿਉਂਕਿ ਕਿਸੇ ਟਾਈਮ ਇਹ ਜ਼ਰੂਰੀ ਨਹੀਂ ਹੈ ਕਿ ਉਹ ਬੱਚੇ ਹਮੇਸ਼ਾ ਇੱਥੇ ਰਹਿਣਗੇ, ਉਹਨਾਂ ਦਾ ਮਨ ਕਰ ਸਕਦਾ ਮਾਈਗ੍ਰੇਟ ਕਰ, ਉਧਰ ਨੂੰ ਮਾਈਗ੍ਰੇਟ ਕਰ ਸਕਦੇ ਨੇ, ਜਾ ਕੇ ਦੇਖ ਸਕਦੇ ਨੇ, ਵਰਲਡ ਦੇਖ ਸਕਦੇ ਨੇ। ਤੇ ਜੇ ਉਹਨਾਂ ਨੂੰ ਸਾਰਾ ਪਤਾ ਹੋਊਗਾ ਤੇ ਫਿਰ ਉਹਨਾਂ ਨੂੰ ਇਹ ਅੱਛਾ ਲੱਗੂਗਾ। ਔਰ ਜਿਹੜੀਆਂ ਫੈਮਿਲੀਜ਼ ਆਪਣੇ ਬੱਚਿਆਂ ਨੂੰ ਉਧਰ ਲੈ ਕੇ ਜਾਂਦੀਆਂ ਨੇ, ਤਾਂ ਮੇਰਾ ਖਿਆਲ ਹੈ ਕਿ ਉਹ ਬੱਚੇ ਉਹਨਾਂ ਨਾਲ ਜੁੜੇ ਰਹਿੰਦੇ ਨੇ। ਰੂਟਸ ਨਾਲ ਜੁੜਨਾ ਵੀ ਆਪਣੇ ਆਪ ਵਿੱਚ ਆਪਣੇ ਕਲਚਰ ਨੂੰ ਬਚਾਉਣਾ ਹੈ। ਵਿਰਸੇ ਦੀ ਗੱਲ ਜਾਂ ਸੱਭਿਆਚਾਰ ਦੀ ਗੱਲ, ਇਹਨਾਂ ਨੂੰ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ। ਵਿਰਸੇ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਸੱਭਿਆਚਾਰ ਤਾਂ ਹੀ ਬਣਦਾ, ਸੱਭਿਆਚਾਰ ਕੋਈ ਇੱਕ ਲਫ਼ਜ਼ ਨਹੀਂ ਹੈ, ਇੱਕ ਸ਼ਬਦ ਨਹੀਂ ਹੈ। ਸੱਭਿਆਚਾਰ ਬਹੁਤ ਸਾਰੀਆਂ ਗੱਲਾਂ ਦਾ ਸੁਮੇਲ ਹੈ, ਵਿੱਚੇ ਭਾਸ਼ਾ ਦੀ ਗੱਲ, ਵਿੱਚੇ ਪਹਿਰਾਵੇ ਦੀ ਗੱਲ, ਵਿੱਚੇ ਬੋਲੀ ਦੀ ਗੱਲ, ਵਿੱਚੇ ਖਾਣੇ ਦੀ ਗੱਲ, ਔਰ ਸਭ ਤੋਂ ਇੰਪੋਰਟੈਂਟ ਵਿਰਸਾ। ਜੇ ਵਿਰਸੇ ਨੂੰ ਯਾਦ ਰੱਖੋਗੇ, ਵਿਰਸੇ ਦੇ ਬਾਰੇ ਜਾਣੂ ਹੋਵੋਗੇ, ਤੇ ਇੱਕ ਚੰਗਾ ਸੱਭਿਆਚਾਰ ਬਣ ਜਾਊਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਿਵੇਂ ਦੇਖੋ ਵੀ ਕਿ ਸੰਗੀਤ ਹੈ, ਇਹਦਾ ਸਾਡਾ ਆਪਣਾ ਸੱਭਿਆਚਾਰ ਆ। ਉੱਥੇ ਸੰਗੀਤ ਦਾ ਸਾਡੀਆਂ ਉੱਥੇ ਪੇਂਟਿੰਗਸ ਨੇ, ਸ਼ੋਭਾ ਸਿੰਘ ਜੀ ਨੇ ਬਣਾਈਆਂ ਨੇ, ਅੰਮ੍ਰਿਤਾ ਸ਼ੇਰਗਿੱਲ ਨੇ ਬਣਾਈਆਂ ਨੇ। ਇਹਨਾਂ ਗੱਲਾਂ ਨੂੰ ਅੱਗੇ ਟਰੈਵਲ ਕਰਨਾ ਚਾਹੀਦਾ ਹੈ, ਕਿਉਂਕਿ ਕੁਝ ਕੁ ਚੀਜ਼ਾਂ ਤਾਂ ਆਈਆਂ ਨੇ ਔਰ ਬਹੁਤ ਖੂਬਸੂਰਤੀ ਨਾਲ ਪਹੁੰਚੀਆਂ ਨੇ ਇੱਥੇ, ਪਰ ਕੁਝ ਕੁ ਚੀਜ਼ਾਂ ਅਜੇ ਟੱਚ ਵੀ ਨਹੀਂ ਹੋਈਆਂ, ਜਿਹੜੀਆਂ ਕਿ ਮੇਰਾ ਖਿਆਲ ਕਿ ਇਮੀਗ੍ਰੈਂਟਸ ਨੂੰ ਆਪਣੇ ਬੱਚਿਆਂ ਤਾਈਂ ਉਹਨਾਂ ਨੂੰ ਪਹੁੰਚਾਉਣੀਆਂ ਚਾਹੀਦੀਆਂ ਨੇ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਪਿੰਡਾਂ ਦੇ ਵਿੱਚ ਹਰ ਲੜਕੀ ਨੂੰ ਆਪਦੀ ਧੀ ਸਮਝਿਆ ਜਾਂਦਾ ਸੀ, ਧੀ ਸਾਂਝੀ ਹੁੰਦੀ ਸੀ। ਬਿਲਕੁਲ, ਸਾਰੇ ਪਿੰਡ ਦੇ ਕਹਿਣਾ। ਜ਼ਿਮੀਂਦਾਰ ਦੇ ਜੋ ਪਿੰਡਾ ਕੰਮ ਕਰਦਾ ਸੀਗਾ, ਜਦੋਂ ਉਹਦੀ ਲੜਕੀ ਦਾ ਵਿਆਹ ਹੁੰਦਾ ਸੀ, ਕਾਫੀ ਕੁਝ ਜ਼ਿਮੀਂਦਾਰ ਦੇ ਘਰੋਂ ਉਹਨੂੰ ਜਾਂਦਾ। ਇਹ ਸਾਡੇ ਸੱਭਿਆਚਾਰ ਦਾ ਹਿੱਸਾ ਕਿ ਅਸੀਂ ਧੀ ਨੂੰ ਪਰਾਈ ਨਹੀਂ ਸਮਝੇ। ਬਿਲਕੁਲ, ਤੇ ਇਹ ਗੱਲ ਇੱਥੇ ਉਵੇਂ ਹੀ ਮੰਨੀ ਜਾਣੀ ਚਾਹੀਦੀ ਕਿ ਸਾਰੀਆਂ ਧੀਆਂ ਸਾਂਝੀਆਂ ਨੇ। ਇਸੇ ਤਰ੍ਹਾਂ ਤੁਸੀਂ ਦੇਖੋ, ਜਾਨਵਰ ਹੈ, ਅਸੀਂ ਜਾਨਵਰਾਂ ਦੇ ਰਾਖੇ ਰਹੇ ਹਾਂ। ਪੰਜਾਬੀ ਕਲਚਰ ਦੇ ਵਿੱਚ ਜਿਹੜਾ ਪਹਿਲਾ ਬਲਦ ਹੁੰਦਾ ਸੀਗਾ, ਜਿਹਦੇ ਨਾਲ ਜ਼ਮੀਨ ਵਾਹੀ ਜਾਂਦੀ ਸੀ, ਜਦੋਂ ਬੁੱਢਾ ਹੋ ਜਾਂਦਾ ਸੀਗਾ, ਪਿੰਡਾਂ ਦੇ ਵਿੱਚ ਉਹਦੇ ਵਾਸਤੇ ਸਪੈਸ਼ਲ ਕਮਰਾ ਹੁੰਦਾ ਸੀ, ਉਹਦੇ ਉੱਪਰ ਸਪੈਸ਼ਲ ਝੁੱਲ ਹੁੰਦਾ ਸੀ। ਅਸੀਂ ਜਾਨਵਰਾਂ ਦੇ ਰਾਖੇ ਹਾਂ। ਬਿਲਕੁਲ, ਅੱਜ ਉਹ ਬਦਲ ਗਿਆ ਵੈਸੇ, ਅੱਜ ਸਾਰਾ ਬਦਲ। ਹਾਂਜੀ ਹਾਂਜੀ। ਪਰ ਜਿਹੜੀ ਨਾ ਵੈਲਿਊ ਹੁੰਦੀ ਉਹ ਤੁਹਾਡੇ ਮਨ 'ਚ ਹੁੰਦੀ ਹੈ। ਜੇ ਤੁਹਾਨੂੰ ਮੌਕਾ ਮਿਲੇ, ਵੇਖੋ ਤੁਹਾਨੂੰ ਮੌਕਾ ਮਿਲਿਆ, ਹੁਣ ਮੈਂ ਕਿਸਾਨ ਪ੍ਰੋਟੈਸਟ ਹੋਏ ਨੇ, ਮੌਕਾ ਮਿਲਿਆ, ਲੋਕਾਂ ਨੇ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ ਜਾ ਕੇ। ਬਿਲਕੁਲ ਬਿਲਕੁਲ। ਤਾਂ ਇਹਦੇ 'ਚ ਅਸੀਂ ਕੋਈ ਐਕਸੀਲੈਂਸ ਨਹੀਂ ਲੈ ਰਹੇ, ਪਰ ਇਹਦੇ ਵਿੱਚ ਸਾਡੇ 'ਚ ਕਾਈਂਡਨੈਸ ਹੈ ਤੇ ਸੱਚ ਨਾਲ ਖੜਨ ਦੀ ਰੁਚੀ ਹੈ। ਸਾਰਾ ਪੰਜਾਬ, ਸਾਰੀ ਦੁਨੀਆ 'ਚ ਜਿੱਥੇ ਪੰਜਾਬੀ ਬੈਠੇ ਸੀਗੇ, ਉਹਨਾਂ ਨੂੰ ਆਪਦੇ ਭਰਾਵਾਂ ਦਾ ਦੁੱਖ, ਬਿਲਕੁਲ ਫਿਕਰ ਲੱਗਾ, ਚਿੰਤਾ ਹੋਈ, ਤਾਂ ਹੀ ਤਾਂ ਸਾਰਿਆਂ ਨੇ ਬਿਲਕੁਲ ਚਿੰਤਾ ਜ਼ਾਹਰ ਕੀਤੀ। ਤਾਂ ਮੈਂ ਤਕਰੀਬਨ ਇਹ ਮਾਮਲੇ 'ਚ ਬਹੁਤ ਆਸ਼ਾਵੰਦ ਰਹਿਣਾ, ਕਿਉਂਕਿ ਨਾ ਲਾਈਫ ਬੜੀ ਫਲੈਕਸੀਬਲ ਹੈ। ਬਹੁਤ ਲੋਕ ਜਿਹੜੇ ਸੀਗੇ, ਹੋਣੀ ਚਾਹੀਦੀ ਫਲੈਕਸੀਬਲ, ਬਹੁਤ ਲੋਕ ਪੰਜਾਬ ਦੇ ਵਿੱਚੋਂ ਜ਼ਮੀਨਾਂ ਦੀ ਖਾਤਰ ਉਹ ਰਾਜਸਥਾਨ, ਮੱਧ ਪ੍ਰਦੇਸ਼ ਗਏ, ਉੱਥੇ ਸੈਟਲ ਹੋਏ ਨੇ। ਬਹੁਤ ਲੋਕ ਇਸ ਵਰਲਡ ਵਿੱਚ ਆ ਗਏ ਨੇ, ਪਰ ਜਦੋਂ ਕਿਤੇ ਪੰਜਾਬੀ ਇਕੱਠੇ ਹੁੰਦੇ ਨੇ ਤਾਂ ਉਹ ਆਪਣੇ ਕਲਚਰ ਦੀਆਂ ਗੱਲਾਂ ਕਰਦੇ ਨੇ। ਇਹੀ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਜਦੋਂ ਤੁਸੀਂ ਇਕੱਠੇ ਬੈਠਦੇ ਹੋ, ਤੁਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹੋ, ਤੇ ਉਹ ਵਿਰਸਾ ਕੁਝ ਨਾ ਕੁਝ ਹਿੱਸਾ ਜਿਹੜਾ ਹੈਗਾ ਤੁਹਾਡੇ ਬੱਚਿਆਂ ਤੱਕ ਵੀ ਪਹੁੰਚਦਾ। ਬਹੁਤ ਸਾਡਾ ਵਿਰਸਾ ਬਹੁਤ ਮਹਾਨ ਹੈ ਜੀ, ਬਹੁਤ ਅਮੀਰ ਵਿਰਸੇ ਦੇ ਲੋਕ ਹਾਂ ਅਸੀਂ। ਇਸ ਵਿਰਸੇ ਨੂੰ ਸਮਝਣ ਦੀ ਲੋੜ ਹੈ, ਇਸ ਵਿਰਸੇ ਨੂੰ ਸਾਂਭਣ ਦੀ ਲੋੜ ਹੈ।
ਇਸ ਵਿਰਸੇ ਨੂੰ ਇੰਜੋਏ ਕਰਨ ਦੀ ਲੋੜ ਹੈ। ਇਹ ਸਾਡਾ ਸੱਭਿਆਚਾਰ ਦਾ ਬਹੁਤ ਮਹੱਤਵਪੂਰਨ ਅੰਗ ਹੈ। ਤੁਸੀਂ ਪ੍ਰੋਫੈਸਰ ਸਾਹਿਬ ਆਏ ਹੋ, ਇਸ ਟੌਪਿਕ 'ਤੇ ਅਸੀਂ ਗੱਲ ਕੰਟੀਨਿਊ ਰੱਖਾਂਗੇ ਨੈਕਸਟ ਟਾਈਮ। ਥੈਂਕ ਯੂ ਵੈਰੀ ਮਚ। ਸ਼ੁਕਰੀਆ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਔਰ ਆਈ ਕੰਪਲੀਮੈਂਟ ਵਾਇਸ ਆਫ ਇੰਡੀਆ ਮੀਡੀਆ ਕਿ ਇਹਦਾ ਨਾਂ ਹੀ ਵਾਇਸ ਆਫ ਇੰਡੀਆ ਹੈ। ਔਰ ਇੱਥੇ ਜਿੰਨੇ ਟੌਪਿਕ ਆਉਂਦੇ ਨੇ ਮੈਂ ਸੁਣਦਾ ਹੁੰਦਾ ਕਿ ਉਹ ਇੰਡੀਆ ਦੇ ਸਾਰੇ ਸੂਬਿਆਂ ਤੋਂ ਆਉਂਦੇ ਨੇ। ਔਰ ਉਹਦੇ 'ਚ ਵੈਰਾਈਟੀ ਹੁੰਦੀ ਆ, ਲੈਂਗੁਏਜ ਦੀ ਵੈਰਾਈਟੀ ਹੁੰਦੀ ਆ, ਕੰਟੈਂਟ ਦੀ ਵੈਰਾਈਟੀ ਹੁੰਦੀ ਆ, ਔਰ ਬਹੁਤ ਹੀ ਕ੍ਰਿਟੀਕਲ ਇਵੈਲੂਏਸ਼ਨ ਹੁੰਦੀ ਆ। ਔਰ ਜਿੰਨੇ ਵਿਊਅਰਸ ਨੇ ਮੇਰਾ ਖਿਆਲ ਆ ਉਹਦੇ ਤੋਂ ਬੈਨੀਫਿਟ ਕਰਦੇ ਨੇ। ਬਟ ਆਈ ਵੁੱਡ ਅਪੀਲ ਟੂ ਮੋਰ ਵਿਊਅਰਸ ਕਿ ਜੋ ਕੰਟੈਂਟ ਸਬਜੈਕਟ ਮੈਟਰ ਇੱਥੇ ਆਉਂਦਾ ਹੈ ਉਹ ਤੁਸੀਂ ਜ਼ਰੂਰ ਸੁਣੋ, ਕਿਉਂਕਿ ਇਸ ਦੇ ਨਾਲ ਬਹੁਤ ਮਨ ਦੇ ਵਿੱਚ ਐਡੀਸ਼ਨਸ ਹੁੰਦੀਆਂ ਨੇ ਅਤੇ ਤੁਹਾਡੀ ਪ੍ਰੋਗਰੈਸ ਹੁੰਦੀ ਹੈ। ਥੈਂਕ ਯੂ ਵੈਰੀ ਮਚ।